ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਗੁਰਗੋਦ ਵਿੱਚ ਅੱਜ ਆਪਾਂ ਹਫ਼ਤਾਵਾਰੀ ਦੀਵਾਨ ਗਦਰੀ ਬਾਬਿਆਂ ਦੇ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਅੱਜ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦਾ ਮੀਰੀ ਪੀਰੀ ਦਿਵਸ ਵੀ ਮਨਾ ਰਹੇ ਹਾਂ। ਔਰ ਨਾਲ ਹੀ 8ਵੇਂ ਗੁਰਦੇਵ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਔਰ ਨਾਲ ਹੀ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਬ੍ਰਹਮਾ ਤਿੰਨਾਂ ਦਾ ਸ਼ਹੀਦੀ ਦਿਹਾੜਾ ਤਕਰੀਬਨ 22 ਜੁਲਾਈ ਨੂੰ ਲੰਘ ਕੇ ਗਿਆ ਹੈ। ਭਾਈ ਅਵਤਾਰ ਸਿੰਘ ਜੀ ਬ੍ਰਹਮਾ ਜਿਨ੍ਹਾਂ ਦਾ ਜਨਮ 1951 ਦੇ ਵਿੱਚ ਪਿਤਾ ਸੋਹਣ ਸਿੰਘ ਤੇ ਮਾਤਾ ਚੰਨਨ ਕੌਰ ਜੀ ਦੀ ਕੁੱਖ ਤੋਂ ਤਹਿਸੀਲ ਤਰਨਤਾਰਨ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬ੍ਰਹਮਪੁਰਾ ਉਹਨਾਂ ਦੇ ਪਿੰਡ ਦਾ ਨਾਮ ਸੀ। ਤੇ ਲਿਖਣ ਵਾਲੇ ਵਿਦਵਾਨ ਲਿਖਦੇ ਨੇ ਕਿ ਜਿਹੜਾ ਬ੍ਰਹਮਾ ਨਾਮ ਸੀ ਇਹ ਉਹਨਾਂ ਨੂੰ ਬਾਬਾ ਬਿਧੀ ਚੰਦ ਦੀ ਕੁਲ ਦੇ ਵਿੱਚੋਂ ਜਿਹੜੇ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਉਹ ਜਦੋਂ ਉਹਨਾਂ ਦੇ ਜਥੇ ਵਿੱਚ ਗਏ ਅੰਮ੍ਰਿਤ ਦੀ ਦਾਤ ਜਦੋਂ ਲਈ ਤੇ ਇਹ ਤਖੱਲਸ਼ ਉਹਨਾਂ ਦੇ ਨਾਲ ਉਦੋਂ ਜੁੜਿਆ ਸੀ ਜੋ ਮੈਂ ਪੜ੍ਹਿਆ। ਤੇ ਮੇਰੀ ਕੋਸ਼ਿਸ਼ ਹੈ ਕਿ ਮੈਂ ਨਾਲੋਂ ਨਾਲ ਇਸ ਮਹਾਨ ਯੋਧੇ ਦੇ ਬਾਰੇ ਵੀ ਜਿੰਨੀ ਕੁ ਮੈਨੂੰ ਸਮੱਤ ਹੈ ਕੋਸ਼ਿਸ਼ ਕਰਾਂਗਾ। ਸੋ ਆਓ ਪਹਿਲੋਂ ਆਪਾਂ ਸ਼ਬਦ ਦੀ ਰੌਸ਼ਨੀ ਵਿੱਚ ਜਿਹੜਾ ਸ਼ਬਦ ਆਪਾਂ ਹੁਣ ਮੁੱਖ ਵਾਕ ਰੂਪ ਦੇ ਵਿੱਚ ਪੜ੍ਹਿਆ ਇਹ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਤੇ ਆਪਾਂ ਨੇ ਗੁਰੂ ਬਖਸ਼ਿਸ਼ ਸਦਕਾ ਇਹਨੂੰ ਸਰਵਣ ਕੀਤਾ ਸੀ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤੀ ਦੇ ਪੁੰਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਸਨਾ ਦੇ ਦੁਆਰਾ ਉਚਾਰਨ ਕੀਤਾ ਹੈ। ਸਾਰੀ ਸੰਗਤ ਪਿਆਰ ਸਤਿਕਾਰ ਸਹਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪੰਜਵਾ। ਜਿਸ ਕੇ ਸਿਰ ਉਪਰ ਤੂੰ ਸੁਆਮੀ, ਸੋ ਦੁਖ ਕੈਸਾ ਪਾਵੈ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ ਮੇਰੇ RAM ਰਾਏ। ਇਹ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਹਨ ਜਿਹੜੇ ਬਾਣੀ ਪੜ੍ਹਨ ਵਾਲੇ ਸੁਣਨ ਵਾਲੇ ਸਮਝਣ ਵਾਲੇ ਹਨ ਉਹ ਇਸ ਗੱਲ ਨੂੰ ਸਮਝਦੇ ਨੇ ਕਿਉਂਕਿ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸ਼ਬਦ ਦਾ ਜਿਹੜਾ ਸਾਰੰਸ਼ ਕੇਂਦਰੀ ਭਾਵ ਛੁਪਿਆ ਹੈ। ਤੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੇ RAM ਰਾਏ। ਇੱਥੇ RAM ਰਾਏ ਕਿਸੇ ਵਿਅਕਤੀ ਦਾ ਜ਼ਿਕਰ ਨਹੀਂ ਹੈ। ਇੱਥੇ ਉਸ RAM ਰਾਏ ਦੀ ਗੱਲ ਨਹੀਂ ਹੋ ਰਹੀ, ਸਤਵੇਂ ਪਾਤਸ਼ਾਹ ਦੇ ਵੱਡੇ ਪੁੱਤਰ ਦੀ ਗੱਲ ਨਹੀਂ ਹੋ ਰਹੀ। ਇੱਥੇ RAM ਰਾਏ ਦੇ ਅਰਥ ਨੇ ਅਕਾਲ ਪੁਰਖ ਵਾਹਿਗੁਰੂ ਰਾਜਾ ਰੂਪ। ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਇੱਥੇ ਸੰਤ ਦੀ ਗੱਲ ਕਿਹੜੇ ਸੰਤ ਦੀ ਗੱਲ? ਰੱਬੀ ਗੁਣਾਂ ਦੀ ਤੇ ਸਤ ਸੰਗੀਆਂ ਦੀ ਹੋ ਰਹੀ ਹੈ। ਕਿਉਂਕਿ ਜੇ ਇੱਥੇ ਸੰਤ ਇੱਕ ਵਚਨ ਹੁੰਦਾ ਤਾਂ ਫਿਰ ਕਿਸੇ ਇੱਕ ਦੇ ਮੁਤਾਜ ਹੋਣਾ ਸੀ, ਪਰ ਇੱਥੇ ਸੰਤਾਂ ਬਹੁ ਵਚਨ ਹੈ। ਤੋ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਜਿਹੜੇ ਤੇਰੀ ਬੰਦਗੀ ਕਰਦੇ ਨੇ, ਜਿਹੜੇ ਸਤ ਸੰਗੀ ਤੇਰਾ ਨਾਮ ਜਪਦੇ ਨੇ, ਰੱਬੀ ਗੁਣਾਂ ਨੂੰ ਜੀਵਨ ਦੇ ਵਿੱਚ ਧਾਰਨ ਕਰਦੇ ਨੇ,
ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਉਹਨਾਂ ਦੇ ਜੇ ਤੇ ਉਹ ਤੁਹਾਡੇ ਨੇ, ਭਾਵ ਤੁਹਾਨੂੰ ਉਹ ਆਤਮਿਕ ਤੌਰ ਤੇ ਸਮਰਪਿਤ ਨੇ ਤੇ ਜਿਹੜੇ ਉਹਦੀ ਬੰਦਗੀ ਕਰਦੇ ਨੇ। ਫਿਰ ਉਹਨਾਂ ਦੇ ਬਾਰੇ ਜ਼ਿਕਰ ਕਰ ਰਹੇ ਨੇ, ਤੇਰੇ ਸੇਵਕ ਕਉ ਭਉ ਕਿਛ ਨਾਹੀ, ਜਮ ਨਹੀਂ ਆਵੇ ਨੇਰੇ। ਤੇਰੇ ਸੇਵਕ ਕਉ, ਜਿਹੜਾ ਤੈਨੂੰ ਆਤਮਿਕ ਤੌਰ ਤੇ, ਅੰਦਰੂਨੀ ਤੌਰ ਤੇ ਜਿਹੜਾ ਤੁਹਾਨੂੰ ਸਮਰਪਿਤ ਹੋ ਜਾਂਦਾ ਹੈ, ਜਿਹੜਾ ਗੁਰੂ ਦਾ ਬਣ ਕੇ ਚੱਲਦਾ, ਤੇਰੇ ਸੇਵਕ ਕਉ ਭਉ ਕਿਛ ਨਾਹੀ, ਉਹਨੂੰ ਕਿਸੇ ਪ੍ਰਕਾਰ ਦਾ ਵੀ ਡਰ ਨਹੀਂ, ਉਹਨੂੰ ਕਿਸੇ ਪ੍ਰਕਾਰ ਦਾ ਵੀ ਭੈ ਨਹੀਂ, ਜਮ ਨਹੀਂ ਆਵੇ ਨੇਰੇ। ਵਿਦਵਾਨਾਂ ਨੇ ਦੋ ਅਰਥ ਕੀਤੇ ਨੇ, ਇੱਕ ਤੇ ਬਾਹਰਲੀ ਤੌਰ ਤੇ, ਪਰ ਇੱਥੇ ਜਮ ਦੇ ਅਰਥ ਨੇ ਬਾਰ-ਬਾਰ ਦਾ ਜਿਹੜਾ ਜੰਮਣਾ ਤੇ ਮਰਨਾ ਹੈ। ਇਸ ਚੱਕਰ ਦੇ ਵਿੱਚੋਂ ਉਹ ਬੰਦਾ ਮੁਕਤ ਹੋ ਜਾਂਦਾ। ਕਿਹੜਾ? ਜਿਹੜਾ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਜਿਹੜੇ ਤੇਰੇ ਬਣ ਕੇ ਚੱਲਦੇ ਨੇ। ਤੇਰੇ ਸੇਵਕ ਕਉ ਭਉ ਕਿਛ ਨਾਹੀ, ਜਿਹੜਾ ਤੇਰੀ ਬੰਦਗੀ ਕਰਦਾ ਉਹਨੂੰ ਕਿਸੇ ਪ੍ਰਕਾਰ ਦਾ ਭਉ ਨਹੀਂ, ਕਿਸੇ ਪ੍ਰਕਾਰ ਦਾ ਡਰ ਨਹੀਂ, ਜਮ ਨਹੀਂ ਆਵੇ ਨੇਰੇ। ਇੱਥੇ ਜਮ ਕਿਹੜੇ ਨੇ? ਮਰਨ ਤੋਂ ਬਾਅਦ। ਇੱਕ ਕਹਿੰਦਾ ਗਿਆਨੀ ਜੀ ਅੱਗੇ ਤੁਹਾਨੂੰ ਪਤਾ ਕੀ ਹੁੰਦਾ ਮਰਨ ਤੋਂ ਬਾਅਦ? ਮੈਂ ਆਖਿਆ ਮੈਂ ਤਾਂ ਤੇਰੇ ਸਾਹਮਣੇ ਬੈਠਾ, ਜੇ ਮਰਿਆ ਨਹੀਂ ਤੇ ਜੇ ਮਰਨ ਤੋਂ ਬਾਅਦ ਵਾਪਸ ਆਇਆ ਫਿਰ ਜ਼ਰੂਰ ਦੱਸੂਗਾ ਵੀ ਆ ਹੁੰਦਾ ਹੈ। ਅੱਗੇ ਦੀ ਗੱਲ ਨਹੀਂ, ਇੱਥੇ ਗੱਲ ਮੇਰੇ ਸਤਿਗੁਰੂ ਜੀ ਮੌਜੂਦਾ ਜੀਵਨ ਦੀ ਕਰ ਰਹੇ ਨੇ। ਜਮ ਨਹੀਂ ਆਵੇ, ਜਮ ਕੀ ਨੇ? ਸਹੀ ਮਾਇਨਿਆਂ ਦੇ ਵਿੱਚ ਅਸਲੀ ਜਮ ਕੀ ਨੇ? ਮਨੁੱਖ ਦੇ ਔਗੁਣ, ਮਨੁੱਖ ਦੇ ਜਿਹੜੇ ਵਿਕਾਰ ਨੇ ਨਾ, ਸਹੀ ਮਾਇਨਿਆਂ ਦੇ ਵਿੱਚ ਗੁਰਬਾਣੀ ਦੱਸ ਰਹੀ ਇਹੀ ਜਮ ਨੇ। ਤੇ ਜਿਹੜਾ ਬਾਣੀ ਦੇ ਮੁਤਾਬਕ ਜ਼ਿੰਦਗੀ ਬਤੀਤ ਕਰਦਾ ਹੈ, ਨਾਮ ਜਪਦਾ ਹੈ, ਗੁਰੂ ਦੇ ਬਚਨ ਤੇ ਪਹਿਰਾ ਦਿੰਦਾ ਹੈ, ਤੇ ਉਹਦੇ ਨੇੜੇ ਆ ਜਿਹੜੇ ਔਗਣ ਰੂਪ ਜਮ ਨੇ ਇਹ ਨੇੜੇ ਨਹੀਂ ਆਉਂਦੇ। ਤੇ ਹੁਣ ਮੇਰੇ ਸਤਿਗੁਰੂ ਜੀ ਆਰੰਭਕ ਬਚਨਾਂ ਨੂੰ ਸਮਝਣ ਤੋਂ ਪਹਿਲਾਂ ਆਪਾਂ ਨੇ ਇਹਨਾਂ ਬੋਲਾਂ ਨੂੰ ਸਮਝਿਆ। ਰਹਾਉ ਦੀਆਂ ਪੰਕਤੀਆਂ, ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੇ ਨੇਰੇ। ਹੁਣ ਆਰੰਭਕ ਬਚਨ ਨੇ, ਜਿਸ ਕੇ ਸਿਰ ਉੱਪਰ ਤੂੰ ਸੁਆਮੀ। ਪੰਜਾਬ ਦੇ ਵਿੱਚੋਂ ਆਪਾਂ ਆਏ ਆ, ਉਥੇ ਟਰਾਲੀਆਂ ਦੇ ਉੱਪਰ ਇਹ ਅਕਸ਼ਰ, ਇਹ ਬਾਣੀ ਦੇ ਲਗਭਗ ਇਹ ਲਿਖੇ ਹੁੰਦੇ ਸੀ। ਗੋਹੇ ਦੀ ਟਰਾਲੀ ਭਰੀ ਹੁੰਦੀ ਤੇ ਆਲੇ ਦੁਆਲੇ ਲਿਖਿਆ ਹੁੰਦਾ, ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਐਦਾਂ ਬਾਣੀ ਦੀ ਨਰਾਦਰੀ ਕੀਤੀ ਜਾਂਦੀ। ਤੇ ਸਤਿਗੁਰੂ ਕਹਿੰਦੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਭਾਵ ਜਿਸ ਦੇ ਸਿਰ ਦੇ ਉੱਪਰ, ਜਿਹਦੇ ਹਿਰਦੇ ਰੂਪ ਘਰ ਦੇ ਵਿੱਚ ਉਸ ਮਾਲਕ ਰੱਬੀ ਵਾਹਿਗੁਰੂ ਪਰਮਾਤਮਾ ਦੇ ਗੁਣ ਜਿਹੜਾ ਗ੍ਰਹਿਣ ਕਰ ਲੈਂਦਾ ਹੈ, ਸੋ ਦੁੱਖ ਕੈਸਾ ਪਾਵੇ। ਉਹ ਫਿਰ ਕਦੀ ਵੀ ਦੁਖੀ ਨਹੀਂ ਹੁੰਦਾ। ਸਰੀਰਕ ਤੌਰ ਤੇ ਤਾਂ ਦੁੱਖ ਆਉਣਗੇ, ਜਿੰਨੀ ਮਰਜ਼ੀ ਬਾਣੀ ਪੜ੍ਹ ਲਓ ਦੁੱਖ ਫੇਰ ਵੀ ਆਉਣਗੇ। ਵੇਖੋ ਜਦੋਂ ਮਨੀ ਸਿੰਘ ਜੀ ਦਾ ਬੰਦ ਕੱਟਣ ਲੱਗੇ, ਜਾਂ ਭਾਈ ਤਾਰੂ ਸਿੰਘ ਜੀ ਦਾ ਖੋਪਰਾ ਉਤਾਰ ਦਿੱਤਾ ਗਿਆ, ਤੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੀਹਾਂ ਵਿੱਚ ਖਲੋਤੇ ਨੇ। ਜੇ ਕੋਈ ਬੰਦਾ ਇਹ ਸਵਾਲ ਕਰੇ, ਭਾਈ ਮਨੀ ਸਿੰਘ ਜੀ ਤਾਂ ਇੰਨੀ ਬਾਣੀ ਪੜ੍ਹਦੇ ਨੇ, ਉਹਨਾਂ ਨੇ ਬਾਣੀ ਲਿਖੀ ਵੀ ਹੈ, ਉਹਨਾਂ ਨੇ ਬਾਣੀ ਲਿਖਾਈ ਵੀ ਹੈ, ਬਾਣੀ ਉਹਨਾਂ ਨੇ ਪੜ੍ਹੀ ਵੀ ਹੈ ਤੇ ਬਾਣੀ ਪੜ੍ਹਾਈ ਵੀ ਹੈ। ਜੇ ਅਜੋਕੇ ਸਮੇਂ ਵਿੱਚ ਜੇ ਕੋਈ ਪਖੰਡੀ ਬੰਦਾ ਸਿੱਖਾਂ ਨੂੰ ਇਹ ਸਵਾਲ ਕਰਦੇ ਕਿ ਸਿੱਖੋ ਭਾਈ ਮਨੀ ਸਿੰਘ ਜਿੱਡਾ ਜੀਵਨ ਕਿਹਦਾ ਹੋ ਸਕਦਾ ਹੈ, ਉਹ ਤਾਂ ਇੰਨੀ ਬਾਣੀ ਪੜ੍ਹਦੇ ਨੇ, ਪਰ ਉਹਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਾਂ ਅਕਾਲ ਪੁਰਖ ਨੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਰੱਖਿਆ ਕਿਉਂ ਨਹੀਂ ਕੀਤੀ? ਗੁਰੂ ਉੱਥੇ ਫਿਰ ਬੌੜਿਆ ਕਿਉਂ ਨਹੀਂ? ਤਾਂ ਫਿਰ ਆਪਾਂ ਕੀ ਜਵਾਬ ਦੇਵਾਂਗੇ? ਗੁਰਮਤਿ ਅਨੁਸਾਰ ਇਹਦਾ ਜਵਾਬ ਇਹੀ ਹੈ ਕਿ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਇਆ ਨਹੀਂ। ਉੱਥੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੇ ਕਿਰਪਾ ਵਰਤ ਰਹੀ ਹੈ ਤੇ ਤਾਂ ਹੀ ਤੇ ਭਾਈ ਮਨੀ ਸਿੰਘ ਜੀ ਬੰਦ ਕਟਵਾ ਰਹੇ ਨੇ। ਉੱਥੇ ਗੁਰੂ ਨੇ ਕੋਈ ਸਪੈਸ਼ਲ ਨਹੀਂ ਆਉਣਾ, ਗੁਰੂ ਤੇ ਆਇਆ ਹੋਇਆ ਸੀ। ਗੁਰੂ ਨੇ ਆਉਣਾ ਕਿੱਥੋਂ ਹੈ? ਜੇ ਗੁਰੂ ਆਇਆ ਸੀ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਖਲੋਤੇ ਸੂਬਾ ਸਰਹੰਦ ਵਜੀਦ ਖਾਂ ਨੂੰ ਲਲਕਾਰਦੇ ਨੇ ਕਿ ਜਿਸ ਮਹੱਲਾਂ ਦਾ ਤੂੰ ਮਾਣ ਕਰਦਾ ਇੱਥੇ ਉੱਲੂ ਬੋਲਣਗੇ, ਤੇ ਜਿੱਥੇ ਅਸੀਂ ਸ਼ਹਾਦਤਾਂ ਦੇ ਚੱਲੇ ਆ ਤੇ ਇੱਥੇ ਸ਼ਹੀਦੀ ਜੋੜ ਮੇਲੇ ਲੱਗਣਗੇ ਤੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਜੇ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਉਤਾਰੀ ਜਾ ਰਹੀ ਹੈ
ਤੇ ਜੇ ਕੋਈ ਸਵਾਲ ਕਰੇ ਵੀ ਉੱਥੇ ਗੁਰੂ ਆਇਆ ਨਹੀਂ ਤੇ ਆਪਾਂ ਕਹਾਂਗੇ ਗੁਰੂ ਨੂੰ ਆਉਣ ਦੀ ਲੋੜ ਨਹੀਂ, ਗੁਰੂ ਤਾਂ ਗਿਆ ਹੀ ਨਹੀਂ। ਤੇ ਜੇ ਗੁਰੂ ਹਿਰਦੇ ਵਿੱਚ ਸੀ ਤਾਂ ਹੀ ਤੇ ਭਾਈ ਤਾਰੂ ਸਿੰਘ ਕਹਿੰਦਾ ਮੈਨੂੰ ਪਰਵਾਹ ਨਹੀਂ, ਜੋ ਤੂੰ ਚਾਹੁੰਦਾ ਉਹ ਤੂੰ ਕਰ ਸਕਦਾ ਹੈ। ਇਹਨੂੰ ਕਹਿੰਦੇ ਨੇ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਜਿਸ ਦੇ ਉੱਪਰ ਗੁਰੂ ਦਾ ਕਿਰਪਾ ਰੂਪ ਹੱਥ ਹੋਵੇ, ਜਿਹਦੇ ਜੀਵਨ ਦੇ ਵਿੱਚ ਰੱਬੀ ਗੁਣ ਹੋਵਣ ਤੇ ਉਹ ਕਦੇ ਵੀ ਦੁਖੀ ਨਹੀਂ ਹੁੰਦਾ। ਸਰੀਰਕ ਤੌਰ ਤੇ ਉਹਨੂੰ ਕੋਈ ਜਿੰਨਾ ਮਰਜ਼ੀ ਟੌਰਚਰ ਕਰੇ, ਕੋਈ ਦੁਖੀ ਕਰੇ, ਪਰ ਆਤਮਿਕ ਤੌਰ ਤੇ ਉਹਦੇ ਆਨੰਦ ਨੂੰ ਕੋਈ ਡੁਲਾ ਨਹੀਂ ਸਕਦਾ। ਤੇ ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਨੇ, ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਬੋਲ ਨਾ ਜਾਣੇ ਮਾਇਆ ਮਦ, ਮਾਇਆ ਦੇ ਅਰਥ ਨੇ ਸੰਸਾਰਿਕ, ਧਨ ਦੌਲਤ ਵੀ ਉਹਦੇ ਕੋਲੇ ਹੋਵੇ। ਮਦ ਦੇ ਅਰਥ ਨੇ ਨਸ਼ਾ। ਤੇ ਇੱਥੇ ਆਪਾਂ ਪਾਠ ਕਰਾਂਗੇ ਮਾਤਾ, ਤੇ ਜੇ ਪਾਠ ਕਰਾਂਗੇ ਨਾ ਮਾਤਾ ਤਾਂ ਫਿਰ ਇੱਥੇ ਮਾਤਾ ਲਫ਼ਜ਼ ਉਹ ਇੱਕ ਸੰਸਾਰਿਕ, ਇੱਕ ਮਾਂ ਤੇ ਪੁੱਤਰ ਦਾ ਰਿਸ਼ਤਾ ਬਣ ਜਾਣਾ ਹੈ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਕਹਿੰਦੇ ਬੰਦੇ ਕੋਲ ਬੇਸ਼ੁਮਾਰ ਧਨ ਦੌਲਤ ਹੋਵੇ, ਜੇ ਗੁਰੂ ਦੀ ਰਹਿਮਤ ਕਿਰਪਾ ਹੋਵੇ ਤਾਂ ਫਿਰ ਉਹ ਮਾਇਆ ਦੇ ਨਸ਼ੇ ਵਿੱਚ ਮਸਤ ਨਹੀਂ ਹੁੰਦਾ ਤੇ ਉਹ ਮਾਇਆ ਦੇ ਨਸ਼ੇ ਦੇ ਵਿੱਚ ਗਲਤਾਨ ਨਹੀਂ ਹੁੰਦਾ। ਉਹ ਧਨ ਦੌਲਤ ਪਦਾਰਥਾਂ ਦਾ ਮਾਣ ਨਹੀਂ ਕਰਦਾ। ਮਰਨਾ ਚੀਤ ਨਾ ਆਵੇ, ਤੇ ਜਿਹੜਾ ਬੰਦਾ ਇਸ ਗੱਲ ਦਾ ਮਾਣ ਨਹੀਂ ਕਰਦਾ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹਨੂੰ ਮੌਤ ਦੀ ਵੀ ਕੋਈ ਪਰਵਾਹ ਨਹੀਂ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨ ਆਵੇ ਮੇਰੇ RAM ਰਾਏ। ਤੂੰ ਸੰਤਾਂ ਕਾ ਸੰਤ ਤੇਰੇ ਸੇਵਕ ਕੋ ਭਉ ਕਿਛ ਨਾਹੀ, ਜਮ ਨਹੀਂ ਆਵੇ ਨੇਰੇ ਰਹਾਓ। ਜੋ ਤੇਰੇ ਰੰਗ ਰਾਤੇ ਸੁਆਮੀ, ਜਿਹੜੇ ਤੇਰੇ ਰੰਗ ਦੇ ਵਿੱਚ ਰੱਤੇ ਨੇ। ਰੰਗ ਦੇ ਅਰਥ ਨੇ ਪ੍ਰੇਮ, ਜਿਹੜੇ ਗੁਰੂ ਦੇ ਪ੍ਰੇਮ ਦੇ ਵਿੱਚ ਜਿਹੜੇ ਭਿੱਜੇ ਹੋਏ ਨੇ। ਜਮ ਨਹੀਂ ਆਵੇ ਨੇਰੇ, ਤੇ ਕਹਿੰਦੇ ਜੋ ਤੇਰੇ ਰੰਗ ਰਾਤੇ ਸੁਆਮੀ, ਤਿਨ ਕਾ ਜਨਮ ਮਰਨ ਦੁੱਖ ਨਾਸਾ। ਬੰਦਾ ਕਿਹੜੀ ਗੱਲ ਤੋਂ ਡਰਦਾ ਹੈ? ਬਸ ਉਹ ਦੋ ਚੀਜ਼ਾਂ ਤੋਂ ਹੀ ਡਰ ਰਿਹਾ ਕਿ ਮੇਰੇ ਮਰਨ ਤੋਂ ਬਾਅਦ ਜਿਹੜਾ ਅਗਲਾ ਜਨਮ ਹੈ ਔਰ ਕਿਵੇਂ ਔਰ ਕਿੱਦਾਂ ਦਾ ਹੋਵੇਗਾ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸੁਰਗ ਬਾਛ ਨਾ ਬਾਛੀਐ, ਡਰੀਐ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ ਮਨੈ ਨਾ ਕੀਜੈ ਆਸ। ਜਿਹੜੇ ਰੱਬ ਦੇ ਪਿਆਰੇ ਨੇ ਉਹ ਸਵਰਗਾਂ ਦੀ ਆਸ ਲਾ ਕੇ ਨਹੀਂ ਗੁਰੂ ਕੋਲ ਆਉਂਦੇ, ਤੇ ਇਸ ਗੱਲ ਦਾ ਵੀ ਉਹ ਮਨ ਵਿੱਚ ਭੈ ਨਹੀਂ ਰੱਖਦੇ ਕਿ ਅਸੀਂ ਮਰ ਕੇ ਨਰਕਾਂ ਵਿੱਚ ਜਾਵਾਂਗੇ। ਤੇ ਗੁਰਬਾਣੀ ਇਸ ਗੱਲ ਨੂੰ ਮੰਨਦੀ ਹੈ ਕਿ ਜਿਹੜਾ ਜੀਵਨ ਤੁਸੀਂ ਬਤੀਤ ਕਰ ਰਹੇ ਹੋ, ਇੱਥੇ ਹੀ ਬੰਦਾ ਸਵਰਗ ਭੋਗ ਕੇ ਜਾਂਦਾ ਹੈ ਤੇ ਇੱਥੇ ਹੀ ਬੰਦਾ ਨਰਕ ਭੋਗ ਕੇ ਜਾਂਦਾ ਹੈ। ਜੋ ਤੇਰੇ ਰੰਗ ਰਾਤੇ ਸੁਆਮੀ, ਤਿਨ ਕਾ ਜਨਮ ਮਰਨ ਦੁੱਖ ਨਾਸਾ। ਜਿਹੜਾ ਜੰਮਣ ਤੇ ਮਰਨ ਦਾ ਬਹੁਤ ਵੱਡਾ ਦੁੱਖ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹੜੇ ਉਸ ਮਾਲਕ ਦੇ ਪ੍ਰੇਮ ਰੂਪ ਰੰਗ ਵਿੱਚ ਰੰਗੇ ਜਾਂਦੇ ਨੇ, ਇਸ ਜਨਮ ਤੇ ਮਰਨ ਦਾ ਦੁੱਖ ਡਰ ਹੈ ਜਿਹੜਾ ਉਹਨਾਂ ਦੇ ਮਨ ਵਿੱਚੋਂ ਇਹ ਭੈ ਖਤਮ ਹੋ ਜਾਂਦਾ ਹੈ। ਸੋ ਅੱਜ ਜਿੱਥੇ ਆਪਾਂ ਮੀਰੀ ਪੀਰੀ ਦਿਵਸ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਮਨਾ ਰਹੇ ਹਾਂ, ਕਿਉਂਕਿ ਸਿੱਖਾਂ ਦਾ ਜਿਹੜਾ ਕੇਂਦਰੀ ਅਸਥਾਨ ਹੈ ਨਾ, ਵੈਸੇ ਤਾਂ ਪੂਰੀ ਮਾਨਵਤਾ ਦਾ ਹੀ ਅਸਥਾਨ ਹੈ, ਪਰ ਜੇ ਇਤਿਹਾਸ ਗੁਰਮਤਿ ਪੱਖੋਂ ਵੇਖੀਏ ਕਿ ਸਿੱਖਾਂ ਦਾ ਕੇਂਦਰੀ ਅਸਥਾਨ ਹੈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਉਸ ਤੋਂ ਬਾਅਦ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਕੇਂਦਰੀ ਅਸਥਾਨ ਦੇ ਬਿਲਕੁਲ ਸਾਹਮਣੇ 1609 ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕੀਤੀ ਗਈ। ਉਹ ਅਕਾਲ ਤਖਤ ਸਾਹਿਬ ਜਿਹਦਾ ਕਦੀ ਜਥੇਦਾਰ ਅਕਾਲੀ ਫੂਲਾ ਸਿੰਘ ਵੀ ਰਿਹਾ। ਤੇ ਜੇ ਕਿਤੇ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੋਂ ਤੁਰਦਾ ਹੋਇਆ ਜਦੋਂ ਵਾਪਸ ਇੱਧਰ ਆ ਰਿਹਾ ਨਾ ਅੰਮ੍ਰਿਤਸਰ ਦੀ ਧਰਤੀ ਤੇ, ਵੇਖੋ ਵਿਦਵਾਨਾਂ ਦੀਆਂ ਦੋ ਰਾਇਵਾਂ ਨੇ। ਕੋਈ ਤਾਂ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਮੋਰਾਂ ਬਾਈ ਦਾ ਨਾਚ ਵੇਖਣ ਗਿਆ ਸੀ, ਪਰ ਇੱਕ ਵਿਦਵਾਨ ਦੀ ਰਾਏ ਬਹੁਤ ਵਧੀਆ ਹੈ, ਕਹਿੰਦੇ ਉਹ ਵੇਖਣ ਨਹੀਂ ਸੀ ਗਿਆ, ਉਹ ਲਾਹੌਰ ਤੋਂ ਅੰਮ੍ਰਿਤਸਰ ਨੂੰ ਕਾਫਲਾ ਮਹਾਰਾਜਾ ਰਣਜੀਤ ਸਿੰਘ ਦਾ ਆ ਰਿਹਾ ਸੀ। ਤੇ ਜਿਹੜੇ ਰਾਸ ਧਾਰੀਏ ਲੋਕ ਉੱਥੇ ਰਾਸ ਕਰ ਰਹੇ ਸਨ,
ਆਪਣਾ ਸਾਰਾ ਪ੍ਰੋਗਰਾਮ ਨੱਚਣ ਗਾਉਣ ਦਾ ਕਰ ਰਹੇ ਸਨ। ਉਹਨਾਂ ਨੇ ਦੇਖਿਆ ਵੀ ਇਹ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਆ ਰਿਹਾ ਹੈ। ਸਤਿਕਾਰ ਵਜੋਂ, ਉਹਦੀ ਆਓ ਭਗਤ ਵਜੋਂ ਉਹਨਾਂ ਨੇ ਕਹਿੰਦੀ ਮਹਾਰਾਜਾ ਰਣਜੀਤ ਸਿੰਘ ਦੀ ਆਓ ਭਗਤ ਕੀਤੀ ਤੇ ਕੁਝ ਕੁ ਸਰੋਪਾ ਵੀ ਦਿੱਤਾ, ਸਤਿਕਾਰ ਕੀਤਾ। ਪਰ ਅਕਾਲੀ ਫੂਲਾ ਸਿੰਘ ਤੱਕ ਇਹ ਗੱਲ ਪਹੁੰਚ ਚੁੱਕੀ ਸੀ ਤੇ ਭਾਈ ਅਕਾਲੀ ਫੂਲਾ ਸਿੰਘ ਜੀ ਉਹ ਮਹਾਨ ਯੋਧਾ, ਕਿਉਂਕਿ ਇਤਿਹਾਸ ਇਹ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਦੀ ਰੋਜ਼ ਹਰਮੰਦਰ ਸਾਹਿਬ ਦੇ ਵਿੱਚ ਅਰਦਾਸ ਹੁੰਦੀ ਸੀ, ਚੜ੍ਹਦੀ ਕਲਾ ਦੀ ਰੋਜ਼ ਅਰਦਾਸ। ਤੇ ਜਦੋਂ ਅਕਾਲੀ ਫੂਲਾ ਸਿੰਘ ਜੀ ਨੂੰ ਪਤਾ ਚੱਲਦਾ ਉਹ ਕਹਿੰਦੇ ਅੱਜ ਦਾ ਅਰਦਾਸ ਵਿੱਚ ਜ਼ਿਕਰ ਨਹੀਂ ਹੋਏਗਾ। ਜਦੋਂ ਮਹਾਰਾਜਾ ਰਣਜੀਤ ਸਿੰਘ ਪੁੱਛਦਾ ਗੱਲ ਕੰਦ ਜਦੋਂ ਅਕਾਲੀ ਫੂਲਾ ਸਿੰਘ ਦੇ ਕੋਲ ਪਹੁੰਚੀ ਤੇ ਉਹ ਕਹਿਣ ਲੱਗੇ ਇੱਥੋਂ ਤੱਕ ਵੇਖੋ ਜੁਰਤ ਕਿੰਨੀ ਹੈ। ਇੱਥੋਂ ਤੱਕ ਅਕਾਲੀ ਫੂਲਾ ਸਿੰਘ ਨੇ ਆਖਿਆ ਹੈ ਰਾਜਾ ਰਣਜੀਤ ਸਿੰਘ, ਪਰ ਕਹਿੰਦੇ ਲਫ਼ਜ਼ ਕਹਿੰਦੇ ਅਕਾਲੀ ਫੂਲਾ ਸਿੰਘ ਨੇ ਇਹ ਤਾਂ ਬੋਲੇ ਕਿਉਂਕਿ ਉਹ ਗੁਰਮਤ ਨੂੰ ਤੇ ਸਿੱਖੀ ਸਿਧਾਂਤ ਨੂੰ ਜਦੋਂ ਦੇਖਿਆ ਵੀ ਇਹਦੇ ਉਲਟ ਚੱਲਦਾ ਪਿਆ, ਇਹ ਪੰਜਾਬ ਦਾ ਰਾਜਾ ਹੋ ਕੇ ਲੋਕ ਇਹਨੂੰ ਰਾਜਾ ਮੰਨਦੇ ਨੇ ਤੇ ਜੇ ਰਾਜਾ ਹੀ ਧਾਰਮਿਕ ਨਹੀਂ ਤੇ ਪ੍ਰਜਾ ਨੇ ਸਿੱਖਿਆ ਕਿੱਥੋਂ ਲੈਣੀ ਹੈ। ਤੇ ਉਸ ਸਮੇਂ ਆਖਿਆ ਓਏ ਕਾਣਿਆ, ਕਹਿੰਦੇ ਤੂੰ ਮੋਰਾਂ ਬਾਈ ਦਾ ਨਾਚ ਵੇਖ ਕੇ ਆਇਆ ਤੇ ਇਹਨੂੰ ਬੰਨੋ ਉਸ ਇਮਲੀ ਦੇ ਰੁੱਖ ਦੇ ਨਾਲ। ਕਹਿੰਦੇ ਇਮਲੀ ਦੇ ਰੁੱਖ ਦੇ ਨਾਲ ਬੰਨਿਆ ਗਿਆ, ਕੋੜਿਆਂ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ। ਇਹ ਨਹੀਂ ਆਖਿਆ ਮਹਾਰਾਜਾ ਰਣਜੀਤ ਸਿੰਘ ਨੇ ਕਿ ਮੇਰੇ ਤੋਂ ਜੇ ਗਲਤੀ ਹੋਈ ਹੈ ਤਾਂ ਮੈਂ 4 ਭਾਂਡੇ ਜਾਂ ਬਰਤਨ ਮਾਂਜ ਦਿੰਨਾ। ਅੱਜ ਲੀਡਰ ਜਦੋਂ ਕੋਈ ਗਲਤੀ ਕਰਦੇ ਨੇ ਤਾਂ ਸਾਡੇ ਵਰਗੇ ਜਥੇਦਾਰ ਕਹਿੰਦੇ ਜਾਓ ਜੋੜਾ ਘਰ 'ਚ ਕਹਿੰਦੇ ਜੋੜਿਆਂ ਦੀ ਇਹਨਾਂ ਨੂੰ ਸਜ਼ਾ ਲਾ ਦਿਓ। ਵੇਖੋ ਜੋੜੇ ਝਾੜਨੇ ਕੋਈ ਸਜ਼ਾ ਹੈ? ਭਾਂਡੇ ਮਾਂਜਣ ਦੀ ਕਹਿੰਦੇ ਸਜ਼ਾ ਲਾ ਦਿਓ। ਭਾਂਡੇ ਮਾਂਜਣਾ ਕੋਈ ਸਜ਼ਾ ਹੁੰਦੀ ਹੈ? ਨਹੀਂ, ਭਾਂਡੇ ਮਾਂਜਣਾ ਤੇ ਇੱਕ ਸੇਵਾ ਹੈ, ਜੋੜੇ ਝਾੜਨਾ ਇੱਕ ਸੇਵਾ ਹੈ। ਪਰ ਅਕਾਲੀ ਫੂਲਾ ਸਿੰਘ ਨੇ ਇਹ ਨਹੀਂ ਆਖਿਆ ਕਿ ਰਣਜੀਤ ਸਿੰਘਾ ਜੋੜੇ ਝਾੜ, ਇਹ ਨਹੀਂ ਆਖਿਆ ਜਾ ਕੇ ਤੂੰ ਭਾਂਡੇ ਮਾਂਜ। ਨਾਲ ਦੇ ਸਿੰਘਾਂ ਨੂੰ ਆਖਿਆ ਇਹਨੂੰ ਬੰਨੋ ਕਹਿੰਦੇ ਇਮਲੀ ਦੇ ਰੁੱਖ ਨਾਲ। ਕਿ ਅੱਜ ਦਾ ਮੌਜੂਦਾ ਜਾਂ ਲੰਘ ਚੁੱਕੇ ਸਮੇਂ ਦਾ ਹੈ ਕੋਈ ਇਹੋ ਜਿਹਾ ਜਥੇਦਾਰ ਜਿਹੜਾ ਇਸ ਸਮੇਂ ਜਾਂ ਲੰਘ ਚੁੱਕੇ ਸਮੇਂ ਦੇ ਲੀਡਰਾਂ ਨੂੰ ਕਹੇ ਵੀ ਇਮਲੀ ਦਾ ਰੁੱਖ ਅੱਜ ਵੀ ਹੈ ਕਿ ਇਹਨਾਂ ਨੂੰ ਉਹਦੇ ਨਾਲ ਬੰਨੋ ਤੇ ਜੋ ਕੁਝ ਇਹਨਾਂ ਨੇ ਕੀਤਾ ਤੇ ਇਹਨਾਂ ਨੂੰ ਸਜ਼ਾ ਦੇਵੇ? ਪਰ ਨਹੀਂ। ਖੈਰ ਜਿਹੜੀ ਮੈਂ ਬੇਨਤੀ ਕਰਨ ਲੱਗਾ ਸਾਂ, ਇਤਿਹਾਸ ਕਹਿੰਦਾ ਮਹਾਰਾਜਾ ਰਣਜੀਤ ਸਿੰਘ ਨੇ 1 ਤੋਂ 2 ਨਹੀਂ ਆਖੀ, ਹੱਥ ਜੋੜ ਕੇ ਖਲੋ ਗਿਆ ਹੋਵੇ ਰਾਜਾ ਤੇ ਇਹ ਕਵੇ ਵੀ ਜੋ ਮਰਜ਼ੀ ਕਰੋ। ਕਹਿੰਦੇ ਇਹ ਸਜ਼ਾ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਸੀ। ਅਰਦਾਸ ਬੇਨਤੀ ਕਰਕੇ ਬਾਅਦ ਵਿੱਚ ਉਹਦੀ ਸੁਧਾਈ 5 ਪਿਆਰਿਆਂ ਦੇ ਪਾਸੋਂ ਕੀਤੀ ਗਈ। ਮੈਂ ਇਹ ਅਰਜ਼ ਤਾਂ ਕਰਨ ਲੱਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਮੀਰੀ ਪੀਰ ਦੇ ਮਾਲਕ ਮੇਰੇ ਸਤਿਗੁਰਾਂ ਨੇ ਇਹ ਕੀਤੀ। ਤੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ 2 ਤਲਵਾਰਾਂ ਮੇਰੇ ਸਤਿਗੁਰਾਂ ਨੂੰ ਪਹਿਨਾਈਆਂ, ਕਿਉਂਕਿ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ, ਕਿਉਂਕਿ 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਛਠਮ ਦੇ ਅਰਥ ਨੇ 6ਵੇਂ ਪਾਤਸ਼ਾਹ, ਭਾਰੀ ਦੇ ਅਰਥ ਨੇ ਵੱਡਾ ਤਾਕਤਵਰ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਖਸ਼ਿਸ਼ਾਂ ਦੇ ਮਾਲਕ ਨੇ ਤੇ ਮੇਰੇ ਗੁਰਦੇਵ ਨੇ ਕਿਰਪਾ ਕੀਤੀ। ਅਕਾਲ ਤਖਤ ਸਾਹਿਬ ਦੀ ਜਿਉਂ ਹੀ ਸਿਰਜਣਾ ਹੋਈ 2 ਤਲਵਾਰਾਂ ਕਿਰਪਾਨਾਂ ਸਤਿਗੁਰਾਂ ਨੂੰ ਪਹਿਨਾਈਆਂ ਗਈਆਂ ਤੇ ਬਾਬਾ ਬੁੱਢਾ ਜੀ ਨੇ ਇਹ ਸਾਰੀ ਮਰਜ਼ਾਦਾ ਨੂੰ ਬੜੇ ਬਾਖੂਬੀ ਕਮਾਲ ਦੇ ਨਾਲ ਨਿਭਾਇਆ। ਸਤਿਗੁਰਾਂ ਨੇ ਭਰੇ ਦੀਵਾਨ ਦੇ ਵਿੱਚ ਫਿਰ ਉਸ ਵਕਤ ਢਾਡੀ ਅਬਦੁੱਲਾ ਢਾਡੀ ਨੱਥਮਲ ਆਦਿਕ 1627 ਦੇ ਵਿੱਚ ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤਾਂ ਉਸ ਵਕਤ ਇਹ ਹੁਕਮ ਐਲਾਨੀਆਂ ਕਰ ਦਿੱਤਾ ਕਿ ਸਾਨੂੰ ਅੱਜ ਤੋਂ ਬਾਅਦ ਬਹੁਤੀ ਮਾਇਆ ਦੀ ਨਹੀਂ ਲੋੜ, ਇੱਥੇ ਆਪਣੀਆਂ ਜਵਾਨੀਆਂ ਭੇਟ ਕਰੋ, ਤੁਸੀਂ ਸੋਹਣੇ ਸ਼ਸਤਰ ਤੇ ਘੋੜੇ ਲੈ ਕੇ ਆਓ। ਤੇ ਬਹਾਦਰ ਬਿਧੀ ਚੰਦ ਪਿੰਡ ਸੁਰ ਸਿੰਘ ਵਾਲਾ ਨਾਲ 500 ਦੇ ਲਗਭਗ ਸਿੰਘਾਂ ਨੂੰ ਸਾਥੀਆਂ ਨੂੰ ਲੈ ਕੇ ਗੁਰੂ ਦੀ ਸ਼ਰਨ ਵਿੱਚ ਆਇਆ ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਤੇ ਅੱਜ ਉਹਨਾਂ ਦਾ ਆਪਾਂ ਮੀਰੀ ਪੀਰੀ ਦਿਵਸ ਮਨਾ ਰਹੇ ਹਾਂ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮਾਝੇ ਤੇ ਕਿਮਾ ਕਰਨੀ ਮਾਲਵੇ ਤੇ ਦੁਆਬੇ ਦੇ ਵਿੱਚ ਬਹੁਤ ਪ੍ਰਚਾਰ ਕੀਤਾ। 1627 ਨੂੰ ਕੀਰਤਪੁਰ ਸਾਹਿਬ ਨਗਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ, ਜੋ ਵਿਦਵਾਨ ਲੋਕ ਦੱਸਦੇ ਨੇ ਸਤਿਗੁਰੂ ਜੀ ਇੱਥੇ ਵੀ ਕੁਝ ਸਮਾਂ ਰਹੇ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਰਹਿਮਤਾਂ ਵਰਤਾਈਆਂ, ਬਖਸ਼ਿਸ਼ ਕੀਤੀ ਤੇ ਸਤਿਗੁਰਾਂ ਦੇ ਘਰ ਦੇ ਵਿੱਚ, ਕਿਉਂਕਿ ਗੁਰਦੇਵ ਦੇ ਇੱਕ ਪੁੱਤਰੀ ਹੈ ਤੇ 5 ਪੁੱਤਰ ਨੇ, ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਫਿਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ, ਉਹਦਾ ਨਾਮ ਹੈ 7ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ। ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ 2 ਪੁੱਤਰਾਂ ਦਾ ਜਨਮ ਹੁੰਦਾ ਹੈ। ਜਿਹੜੀ ਮੈਂ ਬੇਨਤੀ ਕਰਨਾ ਚਾਹੁੰਦਾ ਸੀ
मेरे सतगुरु सच्चे पातशाह ने कृपा की, दो पुत्रां का जन्म होया। एक ते गुरु हरकृष्ण साहिब महाराज जी ते वड्डे पुत्र का नाम है राम राय। पर विद्वान लोग लिखते हैं कि गुरु हरकृष्ण साहिब महाराज सच्चे पातशाह नूं जिथे बाल गुरु आख्या जाता है, उत्थे बाला प्रीतम के नाम के नाल भी सिख पंथ दे विच जानिया जाता है। तो यह गुरु नानक पातशाह की गद्दी के 8वें वारिश 8वें सतगुरु होए ने। विद्वान लोग कहते हैं कि तकरीबन 5 साल की उम्र विच इन्हां नूं गुरियाई मिली। 3 साल इन्हां ने लगभग गुरियाई दे उपर एक बाखूबी दे नाल सेवा निभाई। 7 साल 19 दिन ते 8 महीने इन्हां दी पूरी उम्र सी। उस तो बाद ये सचखंड प्याना कर गए सन। धन श्री गुरु हरकृष्ण साहिब महाराज जी के बाबत धन गुरु गोबिंद सिंह महाराज सच्चे पातशाह ने वार श्री भगवती की 4थी पौड़ी दे विच जिक्र किया है। श्री हरकृष्ण ध्याईऐ जिस डिठै सब दुख जाए। वो सिखो ये अरदास रोज करते हैं, रोज सुनते हैं कि श्री हरकृष्ण ध्याईऐ गुरु हरकृष्ण साहिब महाराज जी नूं ध्यान करके ते दर्शन करन करके सारे दुख दलिद्र नाश हो जाते हैं। जिस वक्त गुरु हर राय साहिब महाराज 7वें सतगुरां नूं गुरता गद्दी प्राप्त होई ना, तो उस वक्त कहते कुछ क मौलवियां ने पांडिया ने औरंगजेब के कन्न भर दिते कि इन्हां दे जिहड़े वड वडेरे ने औरंगजेब बादशाह उन्हां ने जिहड़ा ग्रंथ तैयार कीता है, उस ग्रंथ दे विच मुसलमानां दी बड़ी निरादरी कीती गई है। ते औरंगजेब ने उसे समय राजा जय सिंह नूं आखिया कि हुणी इसे वक्त 7वें पातशाह नूं दिल्ली सद्या जाए। ते जिस वक्त राजा जय सिंह दिल्ली तो पंजाब की धरती दे वल आउंदा है जां सुनेहा घल्लदा है, तां उस वक्त 7वें पातशाह नूं आखिया जी तुसीं दिल्ली आओ, औरंगजेब बुला रहे हैं। ते 7वें पातशाह कहन लगे असीं औरंगजेब दे कोल नहीं जाना। मेरे सतगुरां ने उस वक्त अपने वड्डे पुत्र राम राय नूं आखिया, क्योंकि राम राय दा सिखां दे विच संगत दे विच चंगा रसूख सी। जिस तरह प्रिथी चंद गुरु रामदास महाराज जी का वड्डा पुत्र है, संगतां दे विच इहदा अदब सत्कार बहुत सी, पर संगत नूं इहदे मन दे कपट दा नहीं सी पता कि कपटी किन्ना है। ते इत्थों तक ये बाहरली तौर ते बहुत सेवा करदा सी। सेवा तां करदा सी पर गुरबाणी कहंदी है मत थोड़ी सेव गवाई है। बंदा सेवा जिन्नी मर्जी कर ले, पर जे कहंदे मत थोड़ी होवे ना, थोड़ी मत ते अकल करके बहुती कीती सेवा भी किसे लेखे नहीं पैंदी। खैर कहंदे राम राय नूं कोल बुलाया, कहंदे सुनो पुत्र मैं बचन जो कहूँ तुमरे संग सदा मैं रहूँ। कहंदे बड़े प्यार नाल आख्या पुत्रा असीं नहीं जाना, तुसीं दिल्ली जाओ, दिल्ली जाके औरंगजेब नूं मिलो ते औरंगजेब जो कुछ कहंदा है उहदी गल सुनो, पर गुरमत तो उल्ट नहीं जाना, सिੱਖੀ सिद्धांत तो उल्ट नहीं जाना। साखीकार ने काव रूप दे विच बचन लिखे, कहंदे सुनो पुत्र मैं बचन जो कहूँ तुमरे संग सदा मैं रहूँ। कहंदे जेड़ी मैं गल पुत्रा कहना वो ध्यान नाल सुन, हमेशा ही मैं तेरे अंग संग रवांगा। दिल्ली पत सो जाए तुम मिलो, कुछ संग सो जाए मिलो, कुछ संग मैं मन में गिलो। कहंदे दिल्ली दे बादशाह नूं मिलो, पर कहंदे कुछ पल्ले बन के लै जो तुमरा बचन सफल जो होए, तुम समान बली नहीं कोई। कहंदे जे तू अपने बोलां विच जां अपने सिੱਖੀ सिद्धांत ते पहरा दिंदियां जे तू सफल हो गया ना, तां राम राय तेरे वर्गा कोई बली नहीं होना, तेरे वर्गा उच्चे जीवन वाला नहीं कोई होना। पर तू कहंदे औरंगजेब दे रंग विच किते रंगिया ना जाई। कहंदे तुमरा बचन सफल जो होए, तुम समान बली नहीं कोय, जो पूछो सो सत कहो, कुछ करामात नहीं कीजै। कहंदे जो औरंगजेब कवे औरंगजेब दी बोली नहीं बोलनी, ओदी खुशामदी नहीं करनी, पर जो सच्चाई है उन्होंने छुपाउणा भी नहीं। औरंगजेब दे सामने बिल्कुल सच सच कहना, पर कहंदे करामात नहीं विखाउणी। करामात कहर को नाम है। कहंदे हुण आग्ञा लैके राम राय 7वें पातशाह का पुत्र ते 8वें गुरदेव का ये वड्डा भरा है गुरु हरकृष्ण महाराज जी का। कहंदे बचन मन के जो दिल्ली पहुंचया
ਤੇ ਰਾਮ ਰਾਏ ਨੇ ਜਦੋਂ ਉਥੋਂ ਦਾ ਸਾਰਾ ਮਾਹੌਲ ਤੱਕਿਆ, ਸਿਪਾਹੀ ਤੱਕੇ, ਮਹੱਲ ਤੱਕੇ, ਤਾਂ ਇਹ ਰਾਮ ਰਾਏ ਗੁਰੂ ਦੇ ਬਚਨ ਨੂੰ ਇੱਕ ਬੰਨੇ ਰੱਖ ਕੇ, ਪੰਜਾਬੀ ਦੇ ਬਚਨ ਨੇ ਵੀ ਗੁਰੂ ਦੀ ਗੱਲ ਨੂੰ ਛਿੱਕੇ ਟੰਗ ਕੇ ਇੱਕ ਪਾਸੇ ਹੋ ਗਿਆ, ਤੇ ਔਰੰਗਜ਼ੇਬ ਗੁਰੂ ਦੇ ਰੰਗ ਵਿੱਚੋਂ ਪਾਤਸ਼ਾਹ ਦੇ ਰੰਗ ਨੂੰ ਵਿਸਾਰ ਦਿੱਤਾ। ਔਰੰਗਜ਼ੇਬ ਦੇ ਰੰਗ ਦੇ ਵਿੱਚ ਇਹ ਰੰਗਣਾ ਸ਼ੁਰੂ ਹੋ ਗਿਆ। ਇਹਨੇ ਉੱਥੇ ਜਾ ਕੇ ਤਕਰੀਬਨ 52 ਕਰਾਮਾਤਾਂ ਇਹਨੇ ਵਿਖਾਉਣੀਆਂ ਸ਼ੁਰੂ ਕੀਤੀਆਂ। ਪਰ ਇਹਦੀਆਂ ਕਰਾਮਾਤਾਂ ਨੂੰ ਵੇਖ ਕੇ ਉਸ ਸਮੇਂ ਜਿਹੜੇ ਕਾਜੀ ਮੌਲਵੀ ਮੁਲਾਣੇ ਸਨ, ਉਹਨਾਂ ਨੂੰ ਇਸ ਗੱਲ ਦੀ ਜੈਲਸੀ ਹੋਈ ਕਿ ਇਹ ਕੱਲ ਆਇਆ ਹੈ ਤੇ ਔਰੰਗਜ਼ੇਬ ਇਹਨੂੰ ਜੀ ਕਰਦਾ ਹੈ, ਇਹਦੇ ਅੱਗੇ ਪਿੱਛੇ ਤੁਰਿਆ ਫਿਰਦਾ ਤੇ ਸਾਡੀ ਕੋਈ ਪੁੱਛ ਦੱਸ ਨਹੀਂ। ਉਹਨਾਂ ਨੇ ਫਿਰ ਉਸ ਵਕਤ ਇੱਕ ਗੱਲ ਪਕੜ ਲਈ। ਕਿਹੜੀ? ਉਹ ਗੱਲ ਕਹਿੰਦੇ ਜਾ ਕੇ ਔਰੰਗਜ਼ੇਬ ਨੂੰ ਆਖੀ, ਔਰੰਗਜ਼ੇਬ ਆ ਜਿਸ ਗੁਰੂ ਦਾ ਪੁੱਤਰ ਤੁਹਾਡੀ ਸ਼ਰਨ ਵਿੱਚ ਆਇਆ ਹੈ, ਜਿਸ ਗੁਰੂ ਦੇ ਪੁੱਤਰ ਨੂੰ ਇੰਨਾ ਮਾਨ ਸਨਮਾਨ ਦੇ ਰਹੇ ਹੋ, ਇਹਨੂੰ ਪੁੱਛੋ ਤਾਂ ਸਹੀ ਕਿ ਤੁਹਾਡੇ ਵੱਡ ਵਡੇਰਿਆਂ ਨੇ ਜਿਹੜੀ ਬਾਣੀ ਦੀ ਰਚਨਾ ਕੀਤੀ ਉਹਦੇ ਵਿੱਚ ਲਿਖਿਆ ਕੀ ਹੈ। ਔਰੰਗਜ਼ੇਬ ਕਹਿੰਦਾ ਕੀ ਲਿਖਿਆ ਦੱਸ ਸਕਦੇ ਹੋ? ਕਹਿੰਦੇ ਜੀ ਉਹਦੇ ਵਿੱਚ ਮੁਸਲਮਾਨਾਂ ਦੇ ਪ੍ਰਤੀ ਬੜਾ ਭੰਡੀ ਪ੍ਰਚਾਰ ਕੀਤਾ ਹੈ। ਕਹਿੰਦੇ ਆਸਾ ਜੀ ਦੀ ਵਾਰ ਦੀ ਇੱਕ ਤੁਕ ਹੈ, ਉਹਦੇ ਵਿੱਚ ਲਿਖਿਆ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ। ਕਹਿੰਦੇ ਵੇਖੋ ਆਹ ਤੁਕ ਲਿਖੀ ਹੋਈ ਹੈ, ਕਿਉਂਕਿ ਜਿਹੜੇ ਕਾਜੀ ਮੁਲਾਣੇ ਨੇ ਉਹ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਉਣਾ ਚਾਹੁੰਦੇ ਨੇ ਵੀ ਇੱਕ ਤਾਂ ਰਾਮ ਰਾਏ ਨੂੰ ਸਜ਼ਾ ਮਿਲੂਗੀ, ਇਹਨੂੰ ਸਜ਼ਾ ਮਿਲਦਿਆਂ ਹੀ ਜਿਹੜਾ ਸਾਡਾ ਗਵਾਚਿਆ ਮਾਨ ਸਨਮਾਨ ਹੈ ਉਹ ਸਾਡੀ ਔਰੰਗਜ਼ੇਬ ਦੀ ਨਜ਼ਰ ਦੇ ਵਿੱਚ ਫਿਰ ਦੁਬਾਰੇ ਸਾਨੂੰ ਪ੍ਰਾਪਤ ਹੋ ਜਾਣੀ ਹੈ। ਕਹਿੰਦੇ ਉਸੇ ਵਕਤ ਰਾਮ ਰਾਏ ਨੂੰ ਕੋਲ ਸੱਦਿਆ। ਸਾਖੀਕਾਰ ਲਿਖਦੇ ਨੇ ਜਦੋਂ ਪੁੱਛਿਆ ਗਿਆ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਹਦੇ ਵਿੱਚ ਆਹ ਤੁਕ ਐਦਾਂ ਲਿਖੀ ਹੋਈ ਹੈ, ਪੜ੍ਹ ਕੇ ਦੱਸੋ, ਇਹਦੇ ਅਰਥ ਕਰੋ। ਤਾਂ ਉਸ ਵਕਤ ਰਾਮ ਰਾਏ, ਕਿਉਂਕਿ ਉਹਦੇ ਰੰਗ ਵਿੱਚ ਰੰਗਿਆ ਗਿਆ ਸੀ, ਰਾਜ ਭਾਗ ਵਿੱਚ, ਪ੍ਰਭਤਾ ਦੇ ਵਿੱਚ, ਉਹਨੇ ਫਿਰ ਉਹੀ ਬੋਲੀ ਬੋਲਣੀ ਸੀ। ਤੇ ਰਾਮ ਰਾਏ ਗੁਰੂ ਦੇ ਬਚਨਾਂ ਨੂੰ ਭੁਲਾ ਕੇ ਕਹਿਣ ਲੱਗਾ, ਨਹੀਂ ਜੀ ਇਹ ਤਾਂ ਐਵੇਂ ਜਿਹੜੇ ਲਿਖਾਰੀ ਨੇ ਲਿਖੀ ਹੈ ਨਾ ਉਹਦੇ ਲਿਖਣ ਤੋਂ ਕੋਈ ਗਲਤੀ ਹੋ ਗਈ, ਉਹਦੇ ਤੋਂ ਕੋਈ ਅਣਭੋਲ ਪੁਣੇ ਵਿੱਚ ਐਸਾ ਹੋ ਗਿਆ, ਉੱਥੇ ਮਿੱਟੀ ਮੁਸਲਮਾਨ ਕੀ ਨਹੀਂ, ਉੱਥੇ ਮਿੱਟੀ ਬੇਈਮਾਨ ਕੀ ਲਿਖਿਆ ਹੋਇਆ, ਐਵੇਂ ਤੁਹਾਨੂੰ ਭੁਲੇਖਾ ਲੱਗ ਗਿਆ। ਜਦੋਂ ਇੰਨੀ ਗੱਲ ਕਹੀ ਤੇ ਔਰੰਗਜ਼ੇਬ ਖੁਸ਼ ਹੋ ਗਿਆ। ਤੇ ਇਹ ਜਿਹੜੇ ਬੋਲ ਸਨ, ਬਚਨ ਸਨ ਨਿਰਾਦਰੀ ਵਾਲੇ, ਤਾਂ ਸੰਗਤਾਂ ਨੇ ਉਸੇ ਵਕਤ ਸਤਵੇਂ ਪਾਤਸ਼ਾਹ ਨੂੰ ਕਹਿੰਦੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਲਿਖ ਕੇ ਭੇਜੇ। ਸਤਿਗੁਰਾਂ ਤੱਕ ਗੱਲ ਪਹੁੰਚ ਗਈ। ਤੇ ਇਧਰੋਂ ਕਹਿੰਦੇ ਰਾਮ ਰਾਏ ਕੁਝ ਸਮਾਂ ਪਾ ਕੇ ਹੁਣ ਤਿਆਰੀ ਕਰਦਾ ਹੈ। ਬਾਦਸ਼ਾਹ ਨੂੰ ਤਾਂ ਖੁਸ਼ ਕਰ ਲਿਆ, ਪਰ ਕਹਿੰਦੇ ਸੱਚੇ ਪਾਤਸ਼ਾਹ ਦੀ ਨਾਰਾਜ਼ਗੀ ਲੈ ਲਈ। ਅੱਜ ਵੀ ਕਈ ਦਫਾ ਇਦਾਂ ਹੀ ਹੁੰਦਾ ਹੈ, ਸ਼ਾਮ ਦਾ ਵਕਤ ਰਹਿ ਰਾਜ ਸਾਹਿਬ ਜੀ ਦੇ ਪਾਠ ਦਾ ਹੁੰਦਾ ਹੈ, ਸਾਡੇ ਘਰ ਦੇ ਵਿੱਚ 2-4 ਮਹਿਮਾਨ ਆ ਜਾਣ, ਵੈਸੇ ਤਾਂ ਇੱਥੇ ਕੋਈ ਆਉਂਦਾ ਵੀ ਨਹੀਂ ਹੈ, ਪਰ ਫਿਰ ਵੀ ਜੇ ਆ ਜਾਣ, ਰਹਿ ਰਾਜ ਸਾਹਿਬ ਦਾ ਪਾਠ ਹੁੰਦਾ ਤਾਂ ਉਸ ਵਕਤ ਆਪਾਂ ਮਹਿਮਾਨਾਂ ਦੀ ਨਾਰਾਜ਼ਗੀ ਨਹੀਂ ਲੈਣ ਨੂੰ ਤਿਆਰ। ਆਪਾਂ ਰਹਿ ਰਾਜ ਸਾਹਿਬ ਜੀ ਦੀ ਬਾਣੀ ਵੱਲੋਂ ਅਸੀਂ ਪਿੱਠ ਭਾਵੇਂ ਪਰੇ ਕਰ ਲਈਏ, ਗੁਰੂ ਵੱਲੋਂ ਮੁੱਖ ਮੋੜ ਲੈਨੇ ਆ, ਪਰ ਲੋਕਾਂ ਵੱਲੋਂ ਨਹੀਂ। ਹੁਣ ਰਾਮ ਰਾਏ ਨੇ ਬਾਦਸ਼ਾਹ ਨੂੰ ਤਾਂ ਖੁਸ਼ ਕਰ ਲਿਆ, ਤੁਕ ਬਦਲ ਕੇ, ਅਰਥਾਂ ਦੇ ਅਨਰਥ ਕਰਕੇ, ਪਰ ਗੁਰੂ ਦੀ ਕਹਿੰਦੇ ਨਾਰਾਜ਼ਗੀ ਲੈ ਲਈ। ਜਦੋਂ ਕਹਿੰਦੇ ਇਹ ਦਿੱਲੀ ਤੋਂ ਕੀਰਤਪੁਰ ਸਾਹਿਬ ਦੇ ਵੱਲ ਚੱਲਿਆ, ਮੇਰੇ ਸਤਿਗੁਰਾਂ ਨੇ ਸੁਨੇਹਾ ਘੱਲ ਦਿੱਤਾ ਕਿ ਰਾਮ ਰਾਏ ਨੂੰ ਕਹੋ ਕਿ ਜਿੱਧਰੋਂ ਆਇਆ ਮੂੰਹ ਉਧਰ ਹੀ ਕਰ ਲਵੇ, ਸਾਡੇ ਮੱਥੇ ਨਾ ਲੱਗੇ। ਇਹ ਸਾਖੀ ਸੁਣਾਉਣ ਤੱਕ ਤਾਂ ਕਾਫੀ ਹੈ, ਪਰ ਜੇ ਇਹਦੇ ਅਰਥਾਂ ਨੂੰ ਡੂੰਘਾਈ ਵਿੱਚ ਜਾਈਏ ਕਿ ਮੇਰੇ ਸਤਿਗੁਰੂ ਜੀ ਬਾਣੀ ਦਾ ਕਿੰਨਾ ਅਦਬ ਸਤਿਕਾਰ ਕਰਦੇ ਨੇ, ਕਿੰਨਾ ਗੁਰਬਾਣੀ ਪ੍ਰਤੀ ਪ੍ਰੇਮ ਹੈ। ਭਾਵੇਂ ਸਤਵੇਂ ਪਾਤਸ਼ਾਹ ਨੇ ਬਾਣੀ ਨਹੀਂ ਉਚਾਰੀ, ਪਰ ਕਹਿੰਦੇ ਸਰੀਰ ਭਾਵੇਂ ਵੱਖੋ ਵੱਖ 10 ਜਾਮੇ ਧਾਰਨ ਕੀਤੇ, ਪਰ ਕਹਿੰਦੇ ਜਿਹੜੀ ਜੋਤ ਹੈ ਨਾ ਉਹ ਇੱਕੋ ਹੀ ਚੱਲੀ ਆ ਰਹੀ ਹੈ। ਮੇਰੇ ਸਤਿਗੁਰਾਂ ਨੇ ਆਖਿਆ ਜਿੱਧਰੋਂ ਆਇਆ ਉਧਰ ਪਰਤ ਜਾਏ। ਰਾਮ ਰਾਏ ਨੂੰ ਮੇਰੇ ਸਤਿਗੁਰਾਂ ਨੇ ਮੱਥੇ ਨਹੀਂ ਲਾਇਆ, ਤਾਂ ਉਸ ਵਕਤ ਮੇਰੇ ਸਤਿਗੁਰਾਂ ਨੇ ਛੋਟੇ ਪੁੱਤਰ ਬਾਲਾ ਪ੍ਰੀਤਮ ਬਾਲ ਗੁਰੂ ਵੀ ਜਿਹਨੂੰ ਆਖਿਆ ਜਾਂਦਾ ਹੈ, ਸੰਗਤ ਇਕੱਠੀ ਹੋਈ ਹੈ। ਤੇ ਜਿਹੜਾ ਗੁਰਤਾਂ ਗੱਦੀ ਦਾ ਤਿਲਕ ਕਹਿ ਲੋ, ਗੁਰਿਆਈ ਦੀ ਜਿਹੜੀ ਮਰਜ਼ਾਦਾ ਸੀ, ਉਹ 8ਵੇਂ ਪਾਤਸ਼ਾਹ ਨੂੰ 5 ਸਾਲ ਦੀ ਉਮਰ ਸੀ। 5 ਸਾਲ ਦੀ ਦੁਨੀਆ ਦੇ ਲੋਕ ਜਿਹੜੇ ਇਹ ਗੱਲ ਕਹਿੰਦੇ ਸਨ ਕਿ ਕੋਈ ਸੰਸਾਰ ਦੇ ਵਿੱਚ ਬੱਚਾ ਸ਼ਹੀਦ ਨਹੀਂ ਹੋ ਸਕਦਾ, ਬੱਚਾ ਕੋਈ ਭਗਤ ਨਹੀਂ ਹੋ ਸਕਦਾ, ਬੱਚਾ ਕੋਈ ਯੋਧਾ ਨਹੀਂ ਹੋ ਸਕਦਾ। ਪਰ ਜੇ ਆਪਾਂ ਸਿੱਖ ਧਰਮ ਨੂੰ ਵਾਚੀਏ, ਜੇ ਸਿੱਖੀ ਦੇ ਇਤਿਹਾਸ ਨੂੰ ਪੜ੍ਹੀਏ, ਤਾਂ ਸਿੱਖੀ ਦੇ ਵਿੱਚ ਬੱਚੇ ਭਗਤ ਵੀ ਹੋਏ ਨੇ। ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ,
ਜਪਿਓ ਹਰ ਜੈਸੇ। ਤੇ ਜੇ ਆਪਾਂ ਸ਼ਹੀਦਾਂ ਦੀ ਗੱਲ ਕਰੀਏ ਤਾਂ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਦੀ ਉਮਰ ਕੀ ਹੈ। ਤੇ ਜੇ ਸਿੱਖੀ ਦੇ ਵਿੱਚ ਕਹੀਏ ਕੋਈ ਬੱਚਾ ਗੁਰੂ ਨਹੀਂ ਹੋ ਸਕਦਾ ਤਾਂ 8ਵੇਂ ਪਾਤਸ਼ਾਹ ਦੀ ਉਮਰ ਤਕਰੀਬਨ 5 ਸਾਲ ਦੀ ਸੀ। ਤਕਰੀਬਨ ਲਗਭਗ ਉਹਨਾਂ ਨੇ 3 ਸਾਲ ਉਸ ਗੁਰਿਆਈ ਨੂੰ, ਗੁਰਤਾ ਗੱਦੀ ਨੂੰ ਬੜੀ ਬਾਖੂਬੀ ਦੇ ਨਾਲ ਨਿਭਾਇਆ। ਜਿਸ ਵਕਤ ਦਿੱਲੀ ਦੇ ਵਿੱਚ ਚੇਚਕ ਬਿਮਾਰੀ ਫੈਲ ਗਈ, ਜਿਸ ਤਰ੍ਹਾਂ ਹੁਣ ਵੇਖੋ, ਹੁਣ ਪੂਰੇ ਇੰਜ ਕਹ ਲਓ ਵਰਲਡ ਦੇ ਵਿੱਚ ਦੇਖਿਆ ਜਾਏ ਤਾਂ ਇਹ ਜਿਹੜੀ ਬਿਮਾਰੀ ਚੱਲ ਰਹੀ ਹੈ, ਇਹ ਹੁਣ ਕਹਿਣ ਦੀ ਲੋੜ ਨਹੀਂ, ਹਰ ਇੱਕ ਬੰਦਾ ਇਹਦੇ ਤੋਂ ਜਾਣੂ ਹੈ। ਇਸ ਤਰ੍ਹਾਂ ਦੀ ਬਿਮਾਰੀ ਜਾਂ ਉਦੋਂ ਚੇਚਕ ਬਿਮਾਰੀ ਫੈਲ ਗਈ, ਹੋ ਸਕਦਾ ਇਹੀ ਹੋਵੇ। ਹੁਣ ਨਾਮ ਬਦਲ ਗਿਆ ਸਮੇਂ ਦੇ ਹਿਸਾਬ ਨਾਲ। ਤਾਂ 8ਵੇਂ ਪਾਤਸ਼ਾਹ ਉਸ ਵਕਤ ਰਾਜਾ ਜੈ ਸਿੰਘ ਨੇ ਬੇਨਤੀ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਦਿੱਲੀ ਆਓ ਤੇ ਔਰੰਗਜ਼ੇਬ ਤੁਹਾਡੇ ਦਰਸ਼ਨ ਕਰਨੇ ਚਾਹੁੰਦੇ। ਤਾਂ ਮੇਰੇ ਸਤਿਗੁਰਾਂ ਨੇ ਉਦੋਂ ਇਹ ਬਚਨ ਕਹੇ ਸਨ, ਨਹਿ ਮਲੇਸ਼ਨ ਕੋ ਦਰਸ਼ਨ ਦੈ ਹੈ। ਭਾਵ ਵੇਖੋ, ਜੇ ਅਜੋਕੇ ਸਮੇਂ ਦੇ ਵਿੱਚ ਕੋਈ ਮੇਰੇ ਵਰਗੇ ਨੂੰ ਬਾਦਸ਼ਾਹ ਜਾਂ ਕੋਈ ਲੀਡਰ ਬੁਲਾਵੇ ਤਾਂ ਹੋ ਸਕਦਾ ਮੇਰੇ ਵਰਗਾ ਚੱਪਲਾਂ ਵੀ ਨਾ ਪਾਵੇ, ਭੱਜਿਆ ਹੀ ਜਾਵੇ। ਅਜੋਕੇ ਸੰਤ ਨੂੰ ਜੇ ਕੋਈ ਲੀਡਰ ਬਾਦਸ਼ਾਹ ਕਵੇ ਤਾਂ ਉਹਨੇ ਭੱਜਿਆ ਹੀ ਜਾਣਾ ਉਸ ਬਾਦਸ਼ਾਹ ਦੇ ਵੱਲ। ਪਰ 8ਵੇਂ ਪਾਤਸ਼ਾਹ ਨੂੰ ਔਰੰਗਜ਼ੇਬ ਬੁਲਾਉਂਦਾ, ਪਰ 8ਵੇਂ ਪਾਤਸ਼ਾਹ ਕਹਿੰਦੇ ਨਹਿ ਮਲੇਸ਼ਨ ਕੋ ਦਰਸ਼ਨ ਦੈ ਹੈ। ਕਹਿੰਦੇ ਔਰੰਗਜ਼ੇਬ ਜ਼ਿੰਦਗੀ ਦੇ ਅੰਤਮਕ ਸਵਾਸਾਂ ਤੱਕ ਤੜਫਦਾ ਰਿਹਾ, ਪਰ ਮੇਰੇ ਸਤਿਗੁਰੂ ਜੀ ਜਿੰਨਾ ਚਿਰ ਦਿੱਲੀ ਰਹੇ ਔਰੰਗਜ਼ੇਬ ਦੇ ਮੱਥੇ ਨਹੀਂ ਲੱਗੇ, ਨੂੰ ਦਰਸ਼ਨ ਨਹੀਂ ਦਿੱਤੇ। ਇਹਦੇ ਪਿੱਛੇ ਰਮਜ, ਪਿੱਛੇ ਰਹੱਸ ਕੀ ਹੈ, ਇਹ ਤੇ ਇਤਿਹਾਸ ਨੂੰ ਪੜਾਂਗੇ ਫਿਰ ਪਤਾ ਚੱਲਦਾ ਹੈ। ਪਰ ਕਹਿੰਦੇ 8ਵੇਂ ਪਾਤਸ਼ਾਹ ਨੇ ਤਿਆਰੀ ਕੀਤੀ ਦਿੱਲੀ ਵੱਲ ਜਾਣ ਦੀ। ਵਿਦਵਾਨ ਲੋਕ ਲਿਖਦੇ ਨੇ, ਕਹਿੰਦੇ ਜਦੋਂ ਸਤਿਗੁਰੂ ਜੀ ਕੀਰਤਪੁਰ ਸਾਹਿਬ ਤੋਂ ਅੰਬਾਲੇ ਦੇ ਲਾਗੇ ਇੱਕ ਨਗਰ ਪੈਂਦਾ ਪੰਜੋਖਰਾ ਕਰਕੇ, ਜਦੋਂ ਸਤਿਗੁਰੂ ਜੀ ਇੱਥੇ ਆਏ ਤੇ ਇੱਥੇ ਇੱਕ ਵਿਦਵਤਾ ਦੇ ਵਿੱਚ ਭਿੱਜਿਆ ਹੋਇਆ ਲਾਲ ਚੰਦ ਬ੍ਰਾਹਮਣ ਖੱਤਰੀ ਸੀ। ਤੇ ਉਹਨੂੰ ਜਦੋਂ ਪਤਾ ਚੱਲਿਆ, ਵੇਖੋ ਉਹਨਾਂ ਸਮਿਆਂ ਦੇ ਵਿੱਚ ਜਦੋਂ ਆਪਾਂ ਬਾਣੀ ਨੂੰ ਪੜ੍ਹਦੇ ਹਾਂ ਜਾਂ ਇਤਿਹਾਸ ਨੂੰ ਵਾਚਦੇ ਹਾਂ ਤਾਂ ਭੈਣ ਦਾ ਤੇ ਭਰਾ ਦਾ ਨਾਮ ਬਿਲਕੁਲ ਨਾਲ ਤਾਲਮੇਲ ਖਾਂਦਾ ਸੀ। ਜਿਵੇਂ ਭਾਈ ਤਾਰੂ ਸਿੰਘ ਜੀ ਤੇ ਭੈਣ ਦਾ ਨਾਮ ਸੀ ਤਾਰੋ, ਤੇ ਬੇਬੇ ਨਾਨਕੀ ਨਾਮ ਨਾਨਕੀ ਤੇ ਭਰਾ ਦਾ ਨਾਮ ਸੀ ਨਾਨਕ। ਇਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੀ ਜਿਹੜੀ ਪਤਨੀ ਹੈ ਉਹਦਾ ਨਾਮ ਹੈ ਕ੍ਰਿਸ਼ਨ ਕੌਰ, ਤੇ ਉਹਨਾਂ ਦੀ ਕੁੱਖ ਤੋਂ ਜਿਸ ਪੁੱਤਰ ਦਾ ਜਨਮ ਹੋਇਆ ਤਾਂ ਨਾਮ ਰੱਖਿਆ ਗਿਆ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ। ਜਦੋਂ ਕਹਿੰਦੇ ਇਸ ਲਾਲ ਚੰਦ ਬ੍ਰਾਹਮਣ ਨੂੰ ਪਤਾ ਲੱਗਿਆ ਨਾ ਤਾਂ ਇਹ ਬੜਾ ਔਖਾ ਹੋਇਆ, ਤੇ ਇਹਨੇ ਆ ਕੇ 8ਵੇਂ ਪਾਤਸ਼ਾਹ ਦੇ ਕੋਲ ਸੰਗਤ ਬੈਠੀ, ਦੀਵਾਨ ਸਜਿਆ ਕਹਿ ਲੋ। ਇਹਨੇ ਆ ਕੇ ਆਖਿਆ ਕਿ ਸਾਡੀ ਕੁਲ ਦੇ ਵਿੱਚ, ਸਾਡੇ ਸਨਾਤਨ ਮਤ ਦੇ ਵਿੱਚ ਸਾਡੇ ਕ੍ਰਿਸ਼ਨ ਭਗਵਾਨ ਜੀ ਹੋਏ ਨੇ, ਪਰ ਕਹਿੰਦੇ ਤੁਸੀਂ ਤਾਂ ਅੱਗੇ ਹਰ ਕ੍ਰਿਸ਼ਨ ਕਰਕੇ ਲਾਇਆ। ਉਹਨਾਂ ਨੇ ਗੀਤਾਂ ਉਚਾਰਨ ਕੀਤੀ ਹੈ। ਜੇ ਤੁਸੀਂ ਆਪਣੇ ਆਪ ਨੂੰ ਸਿੱਖ ਧਰਮ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ 8ਵੇਂ ਗੁਰੂ ਮੰਨਦੇ ਹੋ ਤਾਂ ਫਿਰ ਤੁਸੀਂ ਗੀਤਾ ਦੇ ਅਰਥ ਕਰਕੇ ਦੱਸੋ, ਇਹ ਅਰਥ ਸਾਨੂੰ ਕਰਕੇ ਸੁਣਾਓ। ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਜੇ ਇਸ ਗੀਤਾ ਦੇ ਅਰਥ ਮੈਂ ਕਰਕੇ ਸੁਣਾ ਦਿੱਤੇ ਤਾਂ ਫਿਰ ਗੁਰਬਾਣੀ ਦੇ ਵਿੱਚ ਬਚਨ ਆਉਂਦਾ, ਜਿਉਂ ਨਿਗੁਰਾ ਬਹੁ ਬਾਤਾਂ ਜਾਣੇ ਉਹ ਦਰਗਹਿ ਹਰ ਭ੍ਰਸ਼ਟੀ। ਵੀ ਨਿਗੁਰੇ ਬੰਦੇ ਕੋਲ ਇੰਨੀਆਂ ਕੁ ਗੱਲਾਂ ਨੇ, ਉਹ ਪੈਰ ਤੇ ਪਾਣੀ ਨਹੀਂ ਪੈਣ ਦਿੰਦਾ। ਮੇਰੇ ਸਤਿਗੁਰੂ ਕਹਿੰਦੇ ਜੇ ਅਸੀਂ ਇਹਦੇ ਅਰਥ ਕਰਕੇ ਸੁਣਾ ਦਿੱਤੇ ਤੇਰੇ ਮਨ ਦੀ ਸ਼ੰਕਾ ਨਹੀਂ ਦੂਰ ਹੋਣੀ। ਤੂੰ ਇਹ ਗੱਲ ਕਹਿਣੀ ਹੈ ਕਿ ਇਹ 8ਵੇਂ ਗੁਰੂ ਨੇ, ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਨੇ, ਇਹਨਾਂ ਦੇ ਵਿੱਚ ਸ਼ਕਤੀ, ਇਹ ਭਗਤੀ ਦੇ ਮਾਲਕ ਨੇ, ਇਹਨਾਂ ਲਈ ਅਰਥ ਕਰਨੇ ਕੋਈ ਵੱਡੀ ਗੱਲ ਨਹੀਂ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਲਾਲ ਚੰਦ ਬ੍ਰਾਹਮਣ ਇਉਂ ਕਰ, ਤੂੰ ਪਿੰਡ ਵਿੱਚ ਜਾ, ਜਿਹੜਾ ਪਿੰਡ ਵਿੱਚ ਤੈਨੂੰ ਬਿਲਕੁਲ ਮੂਰਖ, ਅਨਪੜ੍ਹ, ਗਵਾਰ, ਜਿਹਨੂੰ ਅੱਖਰਾਂ ਦੀ ਵੀ ਪਹਿਚਾਣ ਨਾ ਹੋਵੇ, ਕਹਿੰਦੇ ਉਹ ਬੰਦਾ ਤੂੰ ਲੱਭ ਕੇ ਲਿਆ। ਇਹ ਗੁਰੂ ਨਾਨਕ ਦਾ ਘਰ ਹੈ, ਜਦੋਂ ਬਖਸ਼ਿਸ਼ ਹੋ ਜੇ ਇੱਥੇ ਤਾਂ ਸੁਨੈ ਗੁੰਗ ਜੋ ਯਾਹੇ ਸੋ ਰਸਨਾ ਪਾਵੇ, ਸੁਨੈ ਮੂੜ ਚਿਤ ਲਾਏ ਚਤਰਤਾ ਆਵੀ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਦੋਂ ਬਚਨ ਕਹੇ ਤਾਂ ਇਤਿਹਾਸਕਾਰ ਕਹਿੰਦੇ ਨੇ ਲਾਲ ਚੰਦ ਬ੍ਰਾਹਮਣ ਕਹਿੰਦੇ ਪਿੰਡ ਦੇ ਵਿੱਚੋਂ ਇੱਕ ਇਹੋ ਜਿਹੇ ਵਿਅਕਤੀ ਨੂੰ ਲਿਆਇਆ ਜਿਹਦਾ ਨਾਮ ਇਤਿਹਾਸ ਵਿੱਚ ਆਇਆ ਛੱਜੂ ਝਿਉਰ ਕਰਕੇ। ਅੱਜ ਵੀ ਤੁਸੀਂ ਜਾਓ ਅੰਬਾਲੇ ਦੇ ਲਾਗੇ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਯਾਦ ਵਿੱਚ ਉਹ ਇਤਿਹਾਸਕ ਅਸਥਾਨ ਸਾਡੇ ਇਤਿਹਾਸ ਨੂੰ ਦੁਹਰਾਉਂਦਾ ਹੈ, ਇਤਿਹਾਸ ਨੂੰ ਸਾਨੂੰ ਯਾਦ ਕਰਾ ਰਿਹਾ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਜਦੋਂ ਉਹ ਆਇਆ, ਇਤਿਹਾਸਕਾਰ ਇਹ ਕਹਿੰਦੇ ਨੇ ਵੀ ਸਿਰ ਦੇ ਉੱਪਰ ਛਟੀ ਰੱਖੀ। ਵੇਖੋ ਛਟੀ ਵਿੱਚ ਕੋਈ ਸ਼ਕਤੀ ਨਹੀਂ, ਕਿਸੇ ਧਾਗੇ ਵਿੱਚ, ਕਿਸੇ ਡੰਡੇ ਵਿੱਚ ਕੋਈ ਤਾਕਤ ਨਹੀਂ ਹੋ ਸਕਦੀ, ਇਹ ਸਾਨੂੰ ਭੁਲੇਖਾ ਹੈ। ਪਰ ਛਟੀ ਇੱਕ ਇਸ਼ਾਰਾ ਸੀ,
ਉਹ ਛਟੀ ਵਿੱਚ ਤਾਕਤ ਨਹੀਂ ਜਿਹੜੀ ਛਟੀ ਹੱਥ ਵਿੱਚ ਪਕੜੀ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਉਹ ਬਖਸ਼ਿਸ਼ਾਂ ਦੇ ਮਾਲਕ ਨੇ। ਕਹਿੰਦੇ ਸੀਸ ਦੇ ਉੱਪਰ ਰੱਖਿਆ ਜਾਂ ਉਹਨੂੰ ਲਾਇਆ, ਕਹਿੰਦੇ ਨਾਲ ਦੀ ਨਾਲ ਜਿਹੜੀ ਗੀਤਾ ਦੀ ਉਹ ਗੱਲ ਕਰਦਾ ਸੀ, ਹਸਤੋ ਪਵਿੱਤਰ ਯਦੀ ਦਾਨ ਪੁੰਨਯੰ, ਪਾਦੋ ਪਵਿੱਤਰ ਯਦੀ ਤੀਰਥ ਯਾਤਰਾ, ਮੁਖਯੰ ਪਵਿੱਤਰ ਯਦੀ ਰਾਮ ਨਾਮੰ, ਹਿਰਦਾ ਪਵਿੱਤਰ ਯਦੀ ਬ੍ਰਹਮ ਨਿਸ਼ਟਾ। ਕਹਿੰਦੇ ਦੇ ਅਰਥ ਕਰਕੇ ਦੱਸੋ। ਕਹਿੰਦੇ ਉਹ ਸੱਜੂ ਝੋਰ ਨੇ ਫਟਾਫਟ ਸਾਰੀ ਗੀਤਾ ਪੜ੍ਹੀ ਵੀ ਤੇ ਉਹਦੇ ਅਰਥ ਵੀ ਕਰਕੇ ਦੱਸੇ। ਇਤਿਹਾਸ ਕਰ ਕਹਿੰਦੇ ਨੇ ਲਾਲ ਚੰਦ ਬ੍ਰਾਹਮਣ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਸੀਸ ਝੁਕਾਇਆ। ਬਾਅਦ ਵਿੱਚ ਉਹ ਗੁਰੂ ਦੀ ਸਿੱਖਿਆ ਲੈ ਕੇ ਮੇਰੇ ਸਤਿਗੁਰਾਂ ਦਾ ਸਿੱਖ ਵੀ ਬਣ ਗਿਆ। ਭਾਵ ਮੇਰੇ ਸਤਿਗੁਰਾਂ ਨੇ ਜਿਵੇਂ ਪੱਥਰ ਨੂੰ ਘੜਦਿਆਂ ਉਹਦੇ ਵਿੱਚੋਂ ਇੱਕ ਸੰਗ ਤਰਾਸ, ਇੱਕ ਇੰਜ ਕਹ ਲਓ ਪੱਥਰ ਨੂੰ ਘੜਨ ਵਾਲਾ ਮੂਰਤੀਕਾਰ ਉਹਦੇ ਵਿੱਚੋਂ ਮੂਰਤੀ ਪੈਦਾ ਕਰ ਲੈਂਦਾ ਹੈ। ਇਸੇ ਤਰ੍ਹਾਂ ਮੇਰੇ ਸਤਿਗੁਰਾਂ ਨੇ ਉਸ ਲਾਲ ਚੰਦ ਬ੍ਰਾਹਮਣ ਦਾ ਪਖੰਡ ਇੱਕ ਪਾਸੇ ਰੱਖ ਕੇ ਉਹਨੂੰ ਚੰਗੀ ਸ਼ੁਭ ਸਿੱਖਿਆ ਦਿੱਤੀ, ਉੱਚਾ ਸੁੱਚਾ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੱਤੀ। ਕਹਿੰਦੇ ਉਹ ਲਾਲ ਚੰਦ ਬ੍ਰਾਹਮਣ ਫਿਰ ਸਿੱਖ ਵੀ ਬਣਿਆ। ਤੇ ਮੇਰੇ 8ਵੇਂ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਸ ਵਕਤ ਜਦੋਂ ਦਿੱਲੀ ਪਹੁੰਚੇ ਨੇ ਤਾਂ ਦਿੱਲੀ ਦੇ ਵਿੱਚ ਚੇਚਕ ਦੀ ਬਿਮਾਰੀ ਬਹੁਤ ਫੈਲੀ ਹੋਈ ਸੀ। ਮੇਰੇ ਸਤਿਗੁਰੂ ਘਰ ਘਰ ਗਏ। ਅੱਜ ਤੇ ਜਿਹੜੇ ਬਾਬੇ ਤੁਹਾਨੂੰ ਅਸੀਸਾਂ ਦਿੰਦੇ ਸੀ, ਆਓ ਅਸੀਂ ਤੁਹਾਨੂੰ ਠੀਕ ਕਰ ਦਿਆਂਗੇ, ਅੱਜ ਤੋਂ 6 ਮਹੀਨੇ ਪਹਿਲਾਂ ਜਿਹੜੇ ਐਡਾਂ ਦਿੰਦੇ ਸਨ, ਬਾਬਾ ਜੀ ਕਿਰਪਾ ਕਰਨਗੇ, ਸੀਸ ਤੇ ਹੱਥ ਰੱਖਣਗੇ, ਤੇ ਉਹਨਾਂ ਦੀਆਂ ਵੈਬਸਾਈਟਾਂ ਖੋਲ ਕੇ ਵੇਖ ਲਓ। ਉੱਥੇ ਉਹਨਾਂ ਨੇ ਲਿਖਿਆ, ਸੰਗਤ ਜੀ ਜਿੰਨਾ ਚਿਰ ਬਿਮਾਰੀ ਨਹੀਂ ਜਾਂਦੀ ਤੁਸੀਂ ਨਾ ਆਇਓ, ਜਿੰਨਾ ਚਿਰ ਬਿਮਾਰੀ ਨਹੀਂ ਜਾਂਦੀ ਤੁਸੀਂ ਨਹੀਂ ਸਾਡੇ ਕੋਲ ਆਉਣਾ। ਪਰ ਕੋਈ ਜਾ ਕੇ ਪੁੱਛੇ ਤੇ ਸਹੀ, ਬਾਬਾ ਜੀ ਮਹਾਂਪੁਰਖ ਜੀ ਤੁਸੀਂ ਤੇ ਕਹਿੰਦੇ ਸੀ ਵੀ ਅਸੀਂ ਤੇ ਹੱਥ ਰੱਖ ਕੇ ਬਿਮਾਰੀਆਂ ਠੀਕ ਕਰ ਦਿਆਂਗੇ। ਉਹ ਕਹਿੰਦੇ ਹੋਣਗੇ ਅਸੀਂ ਤੇ ਆਪਦੇ ਹੱਥ ਲੁਕਾਉਂਦੇ ਫਿਰਦੇ ਹਾਂ, ਤੁਹਾਡੇ ਕੀ ਠੀਕ ਕਰਨੇ ਨੇ। ਇਸ ਲਈ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਦੇ ਮਾਲਕ ਇਹ ਨਹੀਂ ਵੀ ਜਾ ਕੇ ਭੋਰਿਆਂ 'ਚ ਬਹਿ ਗਏ ਜਾਂ ਲੁਕ ਗਏ। ਚੇਚਕ ਦੀ ਬਿਮਾਰੀ ਦਿੱਲੀ ਵਿੱਚ ਫੈਲੀ, ਮੇਰੇ ਸਤਿਗੁਰੂ ਘਰ ਘਰ ਗਏ। ਜਿਹੜੇ ਬਿਮਾਰ ਸਨ ਰੋਗੀਆਂ ਦੇ ਕੋਲ ਗਏ। ਰੋਗੀਆਂ ਰੋਗ ਖੰਡਨੈ ਨਿਰਧਨੰ ਭਯੰ ਤਨਵੰਤੈ। ਗੁਰੂ ਸਮਰੱਥ ਹੈ ਰੋਗੀਆਂ ਦੇ ਰੋਗ ਦੂਰ ਕਰ ਸਕਦਾ ਹੈ। ਤੇ ਇਤਿਹਾਸ ਕਰ ਕਹਿੰਦੇ ਨੇ ਉਹ ਚੇਚਕ ਦੀ ਬਿਮਾਰੀ ਸਤਿਗੁਰਾਂ ਦੇ ਉੱਪਰ ਵੀ ਹਾਵੀ ਹੋ ਗਈ ਸੀ, ਭਾਰੂ ਪੈ ਗਈ ਸੀ। ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ 5 ਭੂਤਕ ਸਰੀਰ ਤਿਆਗਿਆ। ਜਮਨਾ ਦੇ ਕਿਨਾਰੇ ਮੇਰੇ ਸਤਿਗੁਰਾਂ ਦੀ ਯਾਦ ਦੇ ਵਿੱਚ ਅੱਜ ਵੀ ਉੱਥੇ ਅਸਥਾਨ ਬਣਿਆ ਹੋਇਆ ਹੈ, ਜਿੱਥੇ ਅੱਜ ਆਪਾਂ ਮੀਰੀ ਪੀਰੀ ਦਿਵਸ ਮਨਾ ਰਹੇ ਹਾਂ, 8ਵੇਂ ਗੁਰਦੇਵ ਦਾ ਪ੍ਰਕਾਸ਼ ਪੁਰਬ। ਤੇ ਉੱਥੇ ਨਾਲ ਹੀ ਆਪਾਂ ਕੌਮ ਦੇ ਮਹਾਨ ਯੋਧੇ ਅਵਤਾਰ ਸਿੰਘ ਜੀ ਬ੍ਰਹਮਾ ਤਿੰਨਾਂ ਦਾ ਵੀ ਸ਼ਹੀਦੀ ਦਿਹਾੜਾ 22 ਜੁਲਾਈ ਨੂੰ ਲੰਘ ਕੇ ਗਿਆ। ਮੈਂ ਕੇਵਲ ਉਹਨਾਂ ਦੇ ਜੀਵਨ ਵਿੱਚੋਂ ਇੱਕ ਪੱਖ ਕਹਿ ਕੇ ਸ਼ਬਦ ਦੀਆਂ ਪੰਕਤੀਆਂ ਦੇ ਅਰਥ ਕਰਕੇ ਫਿਰ ਆਪਾਂ ਸਮਾਪਤੀ ਵਾਲੇ ਪਾਸੇ ਆਵਾਂਗੇ। ਕਹਿੰਦੇ ਜਿਸ ਵਕਤ ਕਹਿੰਦੇ ਭਾਈ ਅਵਤਾਰ ਸਿੰਘ ਜੀ ਬ੍ਰਹਮਾ ਉਹਨਾਂ ਦੇ ਜਨਮ ਸੰਬੰਧੀ ਮੈਂ ਬੇਨਤੀ ਕਰ ਚੁੱਕਿਆ। ਜਿਸ ਵਕਤ ਉਹ ਕਹਿੰਦੇ ਇਧਰ ਭਾਈ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਬਾਬਾ ਜੀ ਉਹਨਾਂ ਦੇ ਜਥੇ ਵਿੱਚ ਜਦੋਂ ਸ਼ਾਮਲ ਹੋਏ ਨਾ ਤਕਰੀਬਨ 1966 ਦੇ ਵਿੱਚ, ਤਾਂ ਉੱਥੇ ਕਿਸੇ ਨੇ ਆ ਕੇ ਗੱਲ ਦੱਸੀ ਕਿ ਬਾਬਾ ਜੀ ਫਰਾਂਸ ਤੋਂ ਇੱਕ ਗੋਰਾ ਚੱਲ ਕੇ ਆਇਆ ਹੈ ਤੇ ਕਹਿੰਦੇ ਉਹ ਇੱਕ ਘੋੜੇ ਤੇ ਸਵਾਰ ਹੋ ਕੇ ਖੜਾ ਹੋ ਕੇ ਕਹਿੰਦੇ ਕਿੱਲਾ ਪੁੱਟ ਕੇ ਕਹਿੰਦੇ ਭੱਜ ਜਾਂਦਾ ਹੈ। ਕਹਿੰਦੇ ਇੰਨੀ ਉਹਦੇ ਵਿੱਚ ਕਲਾ ਹੈ। ਤਾਂ ਉਸ ਵਕਤ ਕਹਿੰਦੇ ਭਾਈ ਅਵਤਾਰ ਸਿੰਘ ਬ੍ਰਹਮਾ ਕਹਿਣ ਲੱਗਾ ਬਸ ਇੱਕੋ ਹੀ ਕਿੱਲਾ ਪੁੱਟਦਾ ਹੈ, ਇੱਕੋ ਹੀ ਘੋੜੇ ਤੇ ਸਵਾਰ ਹੁੰਦਾ ਹੈ। ਤਾਂ ਹੱਥ ਜੋੜ ਕੇ ਕਹਿੰਦੇ ਭਾਈ ਅਵਤਾਰ ਸਿੰਘ ਬ੍ਰਹਮਾ ਕਹਿਣ ਲੱਗਾ ਵੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜੇ ਮੇਰੇ ਤੇ ਕਿਰਪਾ ਹੋਵੇ, ਬਖਸ਼ਿਸ਼ ਹੋਵੇ, ਕਹਿੰਦੇ ਤੁਸੀਂ ਕਿਹੜੇ ਗੋਰੇ ਦੀ ਉਦਾਹਰਨ ਦਿੰਦੇ ਹੋ। ਕਹਿੰਦੇ ਦਾਸ 2 ਘੋੜਿਆਂ ਤੇ ਸਵਾਰ ਹੋ ਕੇ ਖੜਾ ਹੋ ਕੇ ਕਹਿੰਦੇ ਦੋਵਾਂ ਹੱਥਾਂ ਵਿੱਚ ਬਰਸ਼ੇ ਪਕੜ ਕੇ ਕਹਿੰਦੇ 2-2 ਕਿੱਲੇ ਪੁੱਟਣ ਦੀ ਵੀ ਤਾਕਤ ਰੱਖਦਾ ਹੈ। ਕਹਿੰਦੇ ਉਸੇ ਤਰ੍ਹਾਂ ਹੋਇਆ, ਹੋਲਾ ਮਹੱਲਾ ਨਿਕਲਿਆ ਤੇ ਅਵਤਾਰ ਸਿੰਘ ਬ੍ਰਹਮਾ ਨੇ ਉਸ ਕਲਾ ਨੂੰ ਸੰਗਤ ਦੇ ਵਿੱਚ ਦੱਸਿਆ। ਉਹਦਾ ਕਾਰਨ ਇਹ ਸੀ ਵੀ ਜੇ ਗੁਰੂ ਦੀ ਕਿਰਪਾ ਹੋਵੇ, ਗੁਰੂ ਦੀ ਬਖਸ਼ਿਸ਼ ਹੋਵੇ ਤੇ ਬੰਦਾ ਕੀ ਨਹੀਂ ਕਰ ਸਕਦਾ। ਤਾਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ। ਇਸ ਸਥਾਨ ਤੇ ਆਪਾਂ ਗੁਰੂਆਂ ਦੇ ਪ੍ਰਕਾਸ਼ ਪੁਰਬ ਸ਼ਹੀਦੀ ਦਿਹਾੜੇ ਲੰਘ ਚੁੱਕੇ ਸਮੇਂ ਦੇ ਵਿੱਚ ਜਿੰਨੇ ਵੀ ਕੌਮ ਦੇ ਮਹਾਨ ਸ਼ਹੀਦ ਹੋਏ ਨੇ ਉਹਨਾਂ ਦੇ ਸ਼ਹੀਦੀ ਦਿਹਾੜੇ ਵੀ ਆਪਾਂ ਇਸ ਸ਼ਹੀਦਾਂ ਦੇ ਅਸਥਾਨ ਤੇ ਮਨਾਉਂਦੇ ਹਾਂ। ਸੋ ਆਪ ਸਾਰੀ ਸੰਗਤ ਵਡਭਾਗੀ ਹੋ। ਆਓ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਖੀਰਲੀਆਂ ਪੰਕਤੀਆਂ 4 ਪੰਕਤੀਆਂ ਬਾਕੀਆਂ ਨੇ ਸ਼ਬਦ ਦੀਆਂ ਕਿਰਪਾ ਕਰ ਰਹੇ ਨੇ। ਜੋ ਤੇਰਾ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ,
तेरी बख्श न मिटै कोई, तेरी ਦਿੱਤੀ हुई दात ਨੂੰ कोई खो नहीं सकता। सतगुर का दिलासा, जे गुरु दे उपर भरोसा होवे, नाम ते आयन सुख फल पायन। ਜਿਹੜਾ ਰੱਬੀ ਗੁਣਾਂ ਨੂੰ ਜੀਵਨ ਦੇ ਵਿੱਚ ਧਾਰਨ ਕਰ ਲੈਂਦਾ ਹੈ, ਨਾਮ ਤੇ ਆਇਨ ਸੁਖ ਫਲ ਪਾਇਨ। ਆਠ ਪਹਿਰਿਆ ਰਾਧੈ, ਅਠੇ ਪਹਿਰੀ ਉਹ ਮਾਲਕ ਨੂੰ ਹਾਜ਼ਰ ਨਾਜ਼ਰ ਜਾਣਦਾ। ਤੇਰੀ ਸ਼ਰਨ ਤੇਰੇ ਭਰਵਾਸੈ, ਪੰਚ ਦੁਸ਼ਟ ਲੈ ਸਾਧੈ। ਸਾਧੈ ਦੇ ਅਰਥ ਨੇ ਵਸ ਵਿੱਚ ਕਰ ਲੈਣਾ। ਤੇਰੀ ਸ਼ਰਨ ਵਿੱਚ ਆ ਕੇ, ਤੇਰੀ ਬਾਣੀ ਦਾ ਓਟ ਆਸਰਾ ਲੈ ਕੇ, ਬਾਣੀ ਨੂੰ ਪੜ੍ਹ ਕੇ ਵਿਚਾਰ ਕੇ, ਫਿਰ ਜਿਹੜੇ ਪੰਜ ਦੁਸ਼ਟ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦਿੰਦਾ, ਉਹਨਾਂ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ। ਗਿਆਨ ਧਿਆਨ, ਗਿਆਨ ਦੇ ਅਰਥ ਨੇ ਆਤਮਿਕ ਜੀਵਨ ਦਾ ਮੈਨੂੰ ਪਤਾ ਨਹੀਂ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਅਕਾਲ ਪੁਰਖ ਵਾਹਿਗੁਰੂ, ਮੈਨੂੰ ਆਤਮਿਕ ਜੀਵਨ ਦੀ ਵੀ ਸੂਝ ਬੂਝ ਨਹੀਂ, ਤੇ ਮੈਨੂੰ ਧਿਆਨ ਭਾਵ ਜੇ ਆਤਮਿਕ ਜੀਵਨ ਦੀ ਸੂਝ ਬੂਝ ਨਹੀਂ ਤਾਂ ਫਿਰ ਧਿਆਨ ਕਿੱਦਾਂ ਜੁੜਨਾ। ਧਿਆਨ ਤੋਂ ਭਾਵ ਤੁਹਾਡੀ ਬਾਣੀ ਨੂੰ, ਤੁਹਾਡੇ ਉਪਦੇਸ਼ ਨੂੰ ਮੈਂ ਕਿਸ ਤਰ੍ਹਾਂ ਸਮਝ ਸਕਦਾ ਹਾਂ। ਕਿਛ ਕਰਮ ਨਾ ਜਾਣਾ, ਤੁਹਾਡੀ ਬਖਸ਼ਿਸ਼ ਨਹੀਂ ਜਾਣੀ, ਕਦਰ ਨਹੀਂ ਕੀਤੀ। ਸਾਰ ਨਾ ਜਾਣਾ ਤੇਰੀ, ਕਦਰ ਨਾ ਕਰਨ ਕਰਕੇ ਮੈਂ ਸਾਰ ਨਹੀਂ ਜਾਣੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ। ਇੱਥੇ ਸਰੀਰ ਦੀ ਗੱਲ ਨਹੀਂ ਹੋ ਰਹੀ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਕੱਦ ਕੋਈ 7 ਫੁੱਟ ਜਾਂ 8 ਫੁੱਟ ਸੀ, ਸਰੀਰ ਦੀ ਨਹੀਂ। ਇੱਥੇ ਗੱਲ ਹੋ ਰਹੀ ਹੈ ਸੋਚ ਦੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਭ ਤੋਂ ਵੱਡੇ ਕਿਵੇਂ ਨੇ? ਕਿਉਂਕਿ ਉਹਨਾਂ ਦੀ ਸੋਚ ਸਾਰਿਆਂ ਤੋਂ ਵੱਡੀ ਹੈ। ਮਲਕ ਭਾਗੋ ਆਵਾਜ਼ਾਂ ਮਾਰਦਾ, ਗੁਰੂ ਨਾਨਕ ਨਹੀਂ ਜਾਂਦੇ। ਵੱਡੀ ਸੋਚ ਵਾਲਾ ਫਿਰ ਛੋਟਿਆਂ ਦੇ ਵੱਲ ਜਾਂਦਾ ਹੈ, ਤੇ ਜਿਹਦੀ ਛੋਟੀ ਸੋਚ ਹੋਵੇ ਉਹ ਛੋਟਿਆਂ ਨੂੰ ਛੱਡ ਕੇ ਉਹਨੇ ਮਲਕ ਭਾਗੋ ਵੱਲ ਜਾਣਾ ਸੀ। ਸਭ ਤੋਂ ਵੱਡੇ ਉਹ ਤਾਂ ਹੀ ਨੇ ਕਿਉਂਕਿ ਗੁਰੂ ਨਾਨਕ ਦੀ ਸੋਚ ਵੱਡੀ ਹੈ। ਉਹਨਾਂ ਨੇ ਹਰ ਇੱਕ ਨੂੰ ਆਪਣੇ ਗਲ ਦੇ ਨਾਲ ਲਾਇਆ। ਪਾਪੀਆਂ ਕੋਲ, ਚੋਰਾਂ ਕੋਲ, ਠੱਗਾਂ ਕੋਲ, ਸਾਧਾਂ ਕੋਲ, ਪਖੰਡੀਆਂ ਕੋਲ, ਸਭ ਦੇ ਕੋਲ ਗਏ। ਉਹਨਾਂ ਦੇ ਕੋਲ ਜਾ ਕੇ ਮੇਰੇ ਸਤਿਗੁਰਾਂ ਨੇ ਉਹਨਾਂ ਨੂੰ ਚੰਗੀ ਸ਼ੁਭ ਸਿੱਖਿਆ ਦੇ ਕੇ ਉਹਨਾਂ ਦਾ ਜੀਵਨ ਬਦਲ ਦਿੱਤਾ। ਸਤਿਗੁਰੂ ਜੀ ਕਿਰਪਾ ਕਰਨ। ਇੰਨੀ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਸੋ ਸੇਵਕ ਪਰਿਵਾਰ ਸਰਦਾਰ ਗੁਰਨਾਮ ਸਿੰਘ ਜੀ ਸੰਗਰੂਰ ਵਾਲੇ ਸਮੂਹ ਪਰਿਵਾਰ ਦੇ ਵੱਲੋਂ, ਆਪਣੇ ਸਮੂਹ ਪਰਿਵਾਰ ਦੇ ਵੱਲੋਂ ਤਿੰਨਾਂ ਨੇ ਬੇਟਾ ਕਾਕਾ ਦਾਨਵੀਰ ਸਿੰਘ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਉਹਨਾਂ ਨੇ ਸ਼੍ਰੀ ਅਖੰਡ ਪਾਠ ਸਾਹਿਬ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਹੋਈਆਂ। ਸਤਿਗੁਰੂ ਜੀ ਪ੍ਰਵਾਨ ਕਰਨ ਜੀ। ਸਾਰੀ ਸੰਗਤ ਦੀ ਹਾਜ਼ਰੀ ਸਤਿਗੁਰੂ ਜੀ ਪ੍ਰਵਾਨ ਕਰਨ। ਬਖਸ਼ੋ ਸੀਸ ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੂੰ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋਂ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੂੰ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ, ਕਰਤਾ ਦੇ ਰਹਿ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹਾ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮੇ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬੇਟੋਂ। ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ। ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਘਰ ਧਾਰੀਆ, ਪੰਜ ਦੂਤ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਰ ਜਨ ਕੌਸੇ ਨਾਮ ਹਰ ਕਹਿ ਲਾਗੇ। ਕਹੇ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ।
ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ